ਡਰ ਪ੍ਰਗਟ ਕੀਤਾ ਜਾ ਰਿਹਾ ਕਿ ਇਸ ਮੁੱਦੇ ਦਾ ਜਿਹੜਾ ਰਾਜਨੀਤੀਕਰਨ ਹੋਣ ਦਾ ਡਰ ਹੈ। ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਾਂ ਪੋਲੀਟੀਸ਼ੀਅਨਸ ਹੋ ਸਕਦਾ ਹੈ ਕਿ ਇਸ ਮੁੱਦੇ ਨੂੰ ਹੱਥ ਪਾ ਕੇ ਜਾਂ ਕੁੜੀਆਂ ਨੂੰ ਸਮਰਥਨ ਦੇ ਕੇ ਕਿਸੇ ਤਰ੍ਹਾਂ ਦਾ ਪੋਲੀਟੀਕਲ ਲਾਹਾ ਖੱਟਣ ਦੀ ਕੋਸ਼ਿਸ਼ ਕਰਨ। ਮੋਦੀ ਗਵਰਨਮੈਂਟ ਦੇ ਜਿਹੜੇ ਪ੍ਰਿੰਟ ਮੀਡੀਆ ਦੇ ਲੋਕ ਆ ਉਹਨਾਂ ਨੇ ਕਿਹਾ ਧਰਨਾ ਉਠਾ ਦਿੱਤਾ ਗਿਆ, ਧਰਨਾ ਉਠਾਇਆ ਨਹੀਂ। ਇਸ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ ਕਿ ਕੁੜੀਆਂ ਨੇ ਆਪ ਹੀ ਸਮਾਪਤ ਕਰ ਦਿੱਤਾ, ਜਦੋਂ ਕਿ ਤਸਵੀਰਾਂ ਬੋਲਦੀਆਂ ਸਨ। 500-600 ਪੁਲਿਸਮੈਨ ਆ ਕੇ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲਗਾਏ। 4-4 5-5 ਜਾਣੇ ਤੁਸੀਂ ਦੇਖਿਆ ਇੱਕ ਕੁੜੀ ਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਕੁੜੀਆਂ ਨੇ ਫਿਰ ਵੀ ਕੋਸ਼ਿਸ਼ ਕੇ ਦਿਖਾਇਆ ਕਿ ਅਸੀਂ ਉੱਠ ਨਹੀਂ ਰਹੀਆਂ। ਚੱਪੇ ਚੱਪੇ ਤੇ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਸੀ। ਜੰਤਰ ਮੰਤਰ ਤੱਕ ਜਾਣ ਦੇ ਸਾਰੇ ਰਸਤੇ ਬੰਦ ਸੀ। ਈਵਨ ਕਿ ਉਸ ਤੋਂ 2-3 ਕਿਲੋਮੀਟਰ ਪਹਿਲਾਂ ਹੀ ਬੈਰੀਕੇਡ ਸੀ। ਅਸੀਂ ਕੱਲੇ ਤੌਰ ਤੇ ਜਾ ਕੇ ਕਿਸੇ ਤਰੀਕੇ ਦੇ ਨਾਲ ਬੜੇ ਡਿਪਲੋਮੈਟਿਕਲੀ ਅਸੀਂ ਉਸਦੇ ਨੇੜੇ ਪਹੁੰਚੇ। ਜੋ ਹੁਕਮ ਗ੍ਰਹਿ ਮੰਤਰੀ ਤੋਂ ਆ ਰਿਹਾ, ਪੁਲਿਸ ਉਹੀ ਕੁਛ ਕਰ ਰਹੀ ਹੈ। ਸੋ ਇਸ ਕਰਕੇ ਜਿਹੜੀਆਂ ਇਹ ਫੋਟੋ ਉਹਨਾਂ ਨੇ ਕ੍ਰੌਪ ਕੇ ਉਹਨਾਂ ਦੀਆਂ ਹੱਸਦੀਆਂ ਦੀਆਂ ਪੇਸ਼ ਕੀਤੀਆਂ, ਉਹ ਕੁਝ ਹੋਰ ਵੀ ਕਰ ਸਕਦੇ ਆ। ਸੋ ਇਸ ਕਰਕੇ ਉਹਨਾਂ ਨੇ ਉਹਨਾਂ ਕੁੜੀਆਂ ਦੇ ਅਗੇਂਸਟ ਪ੍ਰਚਾਰ ਦੇ ਲਈ ਇਹ ਬਹੁਤ ਕੁਝ ਉਹ ਜਿਹੜੇ ਛੜਯੰਤਰ ਕਰਨਗੇ। ਜਿਹੜੀਆਂ ਕੁੜੀਆਂ ਨੇ ਸੋਨ ਤਗਮੇ ਦਿੱਤੇ, ਉਹ ਵਿਸ਼ੇਸ਼ ਨਾਗਰਿਕ ਨੇ ਸਾਡੀਆਂ। ਅਗਰ ਉਹਨਾਂ ਦੀ ਆਵਾਜ਼ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ, ਤੇ ਜਨ ਸਧਾਰਨ ਨੂੰ ਇਨਸਾਫ ਮਿਲਣਾ ਬਹੁਤ ਦੂਰ ਦੀ ਗੋਟੀ ਹੈ। ਕੋਈ ਵੀ ਜਿਹੜਾ ਹਵਨ ਕਰਦੇ ਆ ਉਹਦੇ ਵਿੱਚ ਇਹ ਹੈ ਜਿਹੜੀ ਵੈਦਿਕ ਸੰਸਕ੍ਰਿਤੀ ਦੇ ਵਿੱਚ ਕਿ ਜਿੰਨੀ ਦੇਰ ਤੱਕ ਉਹਦੇ ਵਿੱਚ ਔਰਤ ਸ਼ਾਮਲ ਨਹੀਂ ਹੈ ਤੇ ਉਹ ਹਵਨ ਪੂਰਨ ਨਹੀਂ ਹੁੰਦਾ। ਪਰ ਇੱਥੇ ਇੱਕ ਪਾਸੇ ਉਹ ਹਵਨ ਕਰ ਰਹੇ ਨੇ ਸੰਸਦ ਦਾ, ਦੂਜੇ ਪਾਸੇ ਸਾਡੀਆਂ ਔਰਤਾਂ ਨੂੰ ਕੁੱਟਿਆ ਜਾ ਰਿਹਾ, ਜਿਹੜੀਆਂ ਕਿ ਸਾਡੀ ਦੇਸ਼ ਦਾ ਪ੍ਰਾਈਡ ਨੇ। ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾਓ ਕਿ ਅਸੀਂ ਇੱਕ ਤਾਨਾਸ਼ਾਹੀ ਰਾਜੇ ਦੇ ਰਾਜ 'ਚ ਰਹਿ ਰਹੇ ਹਾਂ। ਸੱਤਾ ਤੇ ਕਾਬਜ਼ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਦੇ ਨਾਲ ਆਪਣੀ ਸੱਤਾ ਦੀ ਦੁਰਵਰਤੋਂ ਕਰਦੇ ਨੇ ਔਰ ਕਿਸ ਤਰੀਕੇ ਨਾਲ ਐਕਸਪਲੋਇਟ ਕਰਦੇ ਨੇ ਔਰਤਾਂ ਨੂੰ। ਇਹ ਮੁੱਦਾ ਬਿਯੋਂਡ ਪਾਰਟੀ ਲਾਈਨ ਸੋਚਣ ਵਾਲਾ ਹੈ। ਮੈਂ ਇਹ ਕਹਿਣਾ ਚਾਹਨੀ ਹਾਂ ਕਿ ਸਾਡੇ ਕੋਲੇ ਲੜਨ ਤੋਂ ਬਿਨਾਂ ਕੋਈ ਗੁਜ਼ਾਰਾ ਹੀ ਨਹੀਂ ਹੈ, ਲੜਨਾ ਤਾਂ ਪਏਗਾ ਹੀ। ਬਹੁਤ ਬਹੁਤ ਸਵਾਗਤ ਹੈ। ਇਹ ਹੈ ਦਾ ਨਵਜੋਤ ਢਿੱਲੋਂਵਾਲ ਲੈ ਕੇ ਹਾਜ਼ਰ ਹੋਈਆਂ ਕੁਝ ਖਿਆਲ ਕੁਝ ਸਵਾਲ। ਭਾਰਤ ਦੇ ਵਿੱਚ ਇਸ ਵਾਰ ਜਿਹੜਾ ਮੁੱਦਾ ਇਸ ਵੇਲੇ ਸਾਡੇ ਬਿਲਕੁਲ ਸਾਹਮਣੇ ਛਾਇਆ ਹੋਇਆ ਤੇ ਪੂਰੀ ਦੁਨੀਆ ਦੇ ਵਿੱਚ ਇਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਉਹ ਹੈ ਉੱਥੇ ਦੀਆਂ ਪਹਿਲਵਾਨ ਚੈਂਪੀਅਨ ਕੁੜੀਆਂ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ। ਤੇ ਅੱਜ ਉਸ ਮੁਲਕ ਦਾ ਨਾਮ ਰੋਸ਼ਨਾਉਣ ਵਾਲੀਆਂ ਇਹ ਕੁੜੀਆਂ ਸੜਕਾਂ ਤੇ ਧੱਕੇ ਖਾਂਦੀਆਂ ਫਿਰ ਰਹੀਆਂ ਨੇ। ਪਿਛਲੇ ਦਿਨੀ 28 ਮਈ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਸਾਰਿਆਂ ਨੇ ਦੇਖੀਆਂ, ਵੀਡੀਓਜ਼ ਤੁਸੀਂ ਦੇਖੀਆਂ, ਮਸਲਾ ਹੈ ਉਹਨਾਂ ਕੁੜੀਆਂ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਉਹਨਾਂ ਵੱਲੋਂ ਇਹ ਇਲਜ਼ਾਮ ਲਾਏ ਗਏ ਆ ਕਿ ਉੱਥੇ ਦੇ ਜਿਹੜੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਨੇ, ਜਿਹੜੇ ਇੱਕ MP ਨੇ, ਇੱਕ ਜ਼ਬਰਦਸਤ ਉਹ ਆਪਣਾ ਰਸੂਖ ਰੱਖਦੇ ਆ। ਉਹਨਾਂ ਦੇ ਉੱਤੇ ਉਹਨਾਂ ਕੁੜੀਆਂ ਵੱਲੋਂ ਕਥਿਤ ਦੋਸ਼ ਲਾਏ ਗਏ ਨੇ ਕਿ ਉਹਨਾਂ ਦੀ ਸੈਕਸ਼ੂਅਲ ਹੈਰਾਸਮੈਂਟ ਕੀਤੀ ਗਈ ਹੈ। ਤੇ ਉਸ ਤੋਂ ਬਾਅਦ ਜੋ ਪ੍ਰੋਸੀਜਰ ਬਣਦਾ ਉਹਨਾਂ ਕੁੜੀਆਂ ਨੇ ਹਰ ਉਹ ਦਰਵਾਜ਼ਾ ਖੜਕਾਇਆ ਜਿੱਥੇ ਉਹਨਾਂ ਨੂੰ ਜਾਣਾ ਚਾਹੀਦਾ ਸੀ, ਪਰ ਹਾਲੇ ਤੱਕ ਉਹਨਾਂ ਦੀ ਸੁਣਵਾਈ ਨਹੀਂ ਹੋਈ। ਆਪਾਂ ਦੇਖਿਆ ਕਿ ਇੱਕ ਪਾਸੇ ਭਾਰਤ ਦੀ ਨਵੀਂ ਪਾਰਲੀਮੈਂਟ ਦਾ ਉਦਘਾਟਨ ਹੋ ਰਿਹਾ, ਦੂਸਰੇ ਪਾਸੇ ਉਸੇ ਮੁਲਕ ਦੀ ਰਾਜਧਾਨੀ ਦੇ ਵਿੱਚ ਉਸੇ ਥਾਂ ਦੇ ਉੱਤੇ ਜੰਤਰ ਮੰਤਰ ਦੇ ਵਿੱਚ ਇਹ ਕੁੜੀਆਂ ਆਪਣਾ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਨੇ, ਸ਼ਾਂਤਮਈ ਪ੍ਰਦਰਸ਼ਨ ਕਰ ਰਹੀਆਂ ਨੇ। ਪਰ ਉਸ ਤੋਂ ਬਾਅਦ ਉਹਨਾਂ ਦਾ ਕੀ ਹਸ਼ਰ ਹੋਇਆ ਇਹ ਪੂਰੀ ਦੁਨੀਆ ਇਸ ਵੇਲੇ ਜਾਣਦੀ ਹੈ। ਦਿਲ ਹਲੂਣੇ ਗਏ ਨੇ, ਦਿਲ ਵਿਚਲਿਤ ਹੋਏ ਨੇ। ਤੁਸੀਂ ਬੇਸ਼ੱਕ ਲਗਾਤਾਰ ਖਬਰਾਂ ਦੇ ਨਾਲ ਜੁੜੇ ਹੋਏ ਹੋ, ਪਰ ਖਬਰਾਂ ਦੇ ਪਿੱਛੇ ਬਹੁਤ ਕੁਝ ਲੁਕਿਆ ਹੁੰਦਾ ਹੈ। ਉਹ ਗੱਲਬਾਤ ਕਰਨ ਦੇ ਲਈ ਮੈਂ ਆਪਣੇ ਨਾਲ ਇੱਕ ਖਾਸ ਮਹਿਮਾਨ ਇਸ ਵੇਲੇ ਸ਼ਾਮਿਲ ਕੀਤੇ ਨੇ। ਉਹਨਾਂ ਬਾਰੇ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਸ ਵੇਲੇ ਵੀ ਕਿਸੇ ਨਾਲ ਧੱਕੇਸ਼ਾਹੀ ਦਾ ਇਹੋ ਜਿਹਾ ਮਾਮਲਾ ਹੁੰਦਾ ਹੈ, ਖਾਸ ਕਰਕੇ ਜਦੋਂ ਕੁੜੀਆਂ ਦੀ ਗੱਲ ਹੋਵੇ, ਔਰਤਾਂ ਦੀ ਗੱਲ ਹੋਵੇ, ਉਹ ਜ਼ਰੂਰ ਆਵਾਜ਼ ਬੁਲੰਦ ਕਰਦੇ ਨੇ। ਸਾਡੇ ਇੱਥੇ ਕੈਨੇਡਾ ਦੇ ਓਨਟਾਰੀਓ ਦੇ ਉਹ ਨਿਵਾਸੀ ਨੇ ਅੱਜ ਕੱਲ੍ਹ,
ਪਰ ਭਾਰਤ ਦੇ ਵਿੱਚ ਜ਼ਿਆਦਾ ਸਮਾਂ ਗੁਜ਼ਾਰਦੇ ਨੇ, ਵੱਖ-ਵੱਖ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਬਹੁਤ ਸਾਰੀਆਂ ਔਰਤਾਂ ਨੂੰ ਮਿਲਦੇ ਨੇ, ਉਹਨਾਂ ਦੀਆਂ ਸਮੱਸਿਆਵਾਂ ਸੁਣਦੇ ਨੇ ਤੇ ਉਹਨਾਂ ਦੇ ਜਿਹੜੇ ਮੁੱਦੇ ਨੇ ਉਹ ਉਠਾਉਂਦੇ ਨੇ। ਤੇ ਜੰਮੂ ਕਸ਼ਮੀਰ ਦਾ ਮਸਲਾ ਹੋਵੇ, ਉੱਥੇ ਦੀਆਂ ਔਰਤਾਂ ਦੀ ਗੱਲ ਹੋਵੇ, ਉਦੋਂ ਵੀ ਉਹਨਾਂ ਨੇ ਜਾ ਕੇ ਹਮੇਸ਼ਾ ਉਹਨਾਂ ਦਾ ਦੁੱਖ ਵੰਡਾਇਆ। ਮੈਂ ਗੱਲ ਕਰ ਰਹੀ ਹਾਂ ਡਾਕਟਰ ਕਮਲਜੀਤ ਢਿੱਲੋਂ ਦੀ, ਜਿਹੜੇ ਕਿ ਇਸ ਵੇਲੇ ਨੈਸ਼ਨਲ ਫੈਡਰੇਸ਼ਨ ਆਫ ਇੰਡੀਆ ਦੇ ਸੈਕਟਰੀ ਨੇ। ਕਮਲਜੀਤ ਢਿੱਲੋਂ ਜੀ, ਜੀ ਆਇਆਂ ਨੂੰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸ਼ੁਕਰੀਆ ਨਵਜੋਤ, ਆਪਣੇ ਦਰਸ਼ਕਾਂ ਦੇ ਰੂਬਰੂ ਕਰਨ ਲਈ। ਪਹਿਲਵਾਨ ਕੁੜੀਆਂ ਭਾਰਤ ਦੇ ਵਿੱਚ 28 ਤਰੀਕ ਨੂੰ ਵਿਰੋਧ ਪ੍ਰਦਰਸ਼ਨ ਕਰਨ ਗਈਆਂ, ਤੁਸੀਂ ਵੀ ਉੱਥੇ ਮੌਜੂਦ ਸੀ ਤੇ ਜਦੋਂ ਉਹਨਾਂ ਲੜਕੀਆਂ ਨੂੰ ਡਿਟੇਨ ਕੀਤਾ ਗਿਆ, ਤੁਹਾਨੂੰ, ਤੁਹਾਡੇ ਗਰੁੱਪ ਨੂੰ, ਤੁਸੀਂ ਵੀ ਅਰੈਸਟ ਕੀਤੇ ਗਏ। ਥੋੜਾ ਜਿਹਾ ਉਹ ਜਿਹੜਾ ਮੰਜ਼ਰ ਹੈ, ਇੱਕ ਵਾਰੀ ਤੁਸੀਂ ਅੱਖੀਂ ਡਿੱਠਾ ਸਾਡੇ ਸੁਣਨ ਵਾਲਿਆਂ ਦੇ ਨਾਲ ਜੇ ਬਿਆਨ ਕਰ ਸਕੋ ਤਾਂ। ਬਹੁਤ ਹੀ ਮੰਦਭਾਗੀ ਘਟਨਾ ਔਰ ਉਹ ਸਮਾਂ ਬਹੁਤ ਹੀ ਬੇਬਸੀ ਵਾਲਾ, ਬਹੁਤ ਹੀ ਕ੍ਰੂਐਲਿਟੀ ਵਾਲਾ, ਬਹੁਤ ਹੀ ਦਾਦਾਗਿਰੀ ਵਾਲਾ, ਬਹੁਤ ਹੀ ਹਾਈ ਵਾਲਾ। ਮੈਂ ਉਸ ਪਲ ਨੂੰ, ਖਾਸ ਕਰਕੇ ਉਸ ਸਾਰੇ ਮੰਜ਼ਰ ਨੂੰ ਮੈਂ ਇਸ ਤਰੀਕੇ ਨਾਲ ਬਿਆਨ ਕਰਦੀ ਹਾਂ। ਉਹ ਇੰਨਾ ਕੁ ਬੇਬਸੀ ਵਾਲਾ ਸੀ ਕਿ ਅਸੀਂ ਇੱਕ ਲੋਕਤੰਤਰ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਫ੍ਰੀडम ਆਫ ਸਪੀਚ ਦੀ ਕੋਈ ਥਾਂ ਨਹੀਂ ਹੈ। ਇੱਕ ਪਾਸੇ ਉਸ ਵੇਲੇ ਇੱਕ ਨਵੀਂ ਸੰਸਦ ਦਾ, ਨਵੇਂ ਪਾਰਲੀਮੈਂਟ ਦਾ ਉਦਘਾਟਨ ਕਰ ਰਿਹਾ ਸੀ ਸਾਡਾ ਪ੍ਰਾਈਮ ਮਿਨਿਸਟਰ ਸ਼੍ਰੀ ਨਰਿੰਦਰ ਮੋਦੀ, ਤੇ ਦੂਜੇ ਪਾਸੇ ਆਪਣੇ ਹੱਕ ਸੱਚ ਲਈ ਸਮਾਜਿਕ ਜ਼ਬਰ ਦਾ ਸ਼ਿਕਾਰ ਹੋਈਆਂ ਔਰਤਾਂ ਦੀ ਆਵਾਜ਼ ਨੂੰ ਬੰਦ ਕੀਤਾ ਜਾ ਰਿਹਾ ਸੀ। ਮੈਂ ਇਸ ਜਿਹੜਾ ਧਰਨੇ ਦੇ ਨਾਲ ਸਾਡੀ ਭਾਰਤੀ ਮਹਿਲਾ ਫੈਡਰੇਸ਼ਨ, ਨੈਸ਼ਨਲ ਫੈਡਰੇਸ਼ਨ ਆਫ ਇੰਡੀਅਨ ਵੂਮਨ, ਪਹਿਲੇ ਦਿਨ ਤੋਂ ਹੀ ਜੁੜੀ ਰਹੀ ਹੈ। ਜਦੋਂ ਜਨਵਰੀ 'ਚ ਬੈਠੀਆਂ ਉਦੋਂ ਵੀ, ਤੇ ਹੁਣ ਜਦੋਂ 23 ਅਪ੍ਰੈਲ ਨੂੰ ਕੁੜੀਆਂ ਦੁਬਾਰਾ ਬੈਠੀਆਂ ਧਰਨੇ ਦੇ ਉੱਤੇ, ਉਸੇ ਪਹਿਲੇ ਦਿਨ ਤੋਂ ਸਾਡੇ ਦਿੱਲੀ ਸਟੇਟ ਦੀਆਂ ਔਰਤਾਂ ਉਹਦੇ ਵਿੱਚ ਭਰਪੂਰ ਰੂਪ ਵਿੱਚ ਉਹਨਾਂ ਦੀ ਹਮਾਇਤ ਦੇ ਵਿੱਚ ਰਹੀਆਂ। ਮੈਂ 3 ਤਾਰੀਖ ਨੂੰ ਜਦੋਂ ਉਹਨਾਂ ਦੇ ਟੈਂਟ ਬਾਰਿਸ਼ ਹੋਈ ਤੇ ਉਹਨਾਂ ਦੇ ਟੈਂਟ ਉਖਾੜਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਅੰਦਰ ਆਪਣੇ ਜਿਹੜੇ ਗੱਦੇ ਨਵੇਂ ਲਿਜਾਣ ਦੀ ਮਨਾਹੀ ਕੀਤੀ ਪੁਲਿਸ ਨੇ, ਤੇ ਉਹਨਾਂ ਨੂੰ ਕੁੱਟਿਆ ਮਾਰਿਆ ਗਿਆ। ਔਰ ਉਹਨਾਂ ਦੇ ਨਾਲ ਬਹੁਤ, ਉਸ ਦਿਨ ਵੀ ਉਸੇ ਦਿਨ ਰਾਤ ਨੂੰ ਸੀ ਉਹਨਾਂ ਦੀ ਪਲੈਨਿੰਗ ਕਿ ਅਸੀਂ ਇਹਨਾਂ ਦਾ ਜਿਹੜਾ ਹੈ ਇਹ ਧਰਨਾ ਉਠਾ ਦੇਈਏ। ਪਰ ਉਹਨਾਂ ਦੀ ਆਪਣੀ ਦ੍ਰਿੜ ਨਿਸ਼ਚਾ, ਤੇ ਬਹੁਤ ਸਾਰੇ ਲੋਕ ਸਨ ਉਸ ਰਾਤ ਉੱਥੇ, ਤੇ ਉਹ ਧਰਨਾ ਨਹੀਂ ਉਖਾੜ ਸਕਦੇ। 4 ਤਰੀਕ ਨੂੰ ਮੈਂ ਜਦੋਂ ਸਵੇਰੇ ਪਹੁੰਚੀ, ਮੇਰੇ ਤੋਂ ਥੋੜੇ ਦੇਰ ਪਹਿਲਾਂ ਸਵਾਤੀ ਮਾਲੀ ਦਿੱਲੀ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੈ, ਉਹ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਗਈ, ਕਿਉਂਕਿ ਜੰਤਰ ਮੰਤਰ ਜਿਹੜਾ ਹੈ ਦਿੱਲੀ ਦੀ ਜੁਰਿਸਡਿਕਸ਼ਨ 'ਚ ਹੈ, ਤੇ ਉਸਨੇ ਆਪਣਾ ਇੱਕ ਕਨਸਟੀਟਿਊਸ਼ਨਲ ਜਿਹੜੀ ਇੱਕ ਫਰਜ਼ ਸੀ, ਉਹਦੀ ਡਿਊਟੀ ਸੀ, ਉਹ ਸਮਝਦੇ ਹੋਏ ਉਹਨਾਂ ਦੇ ਲਈ ਗਈ, ਪਰ ਉਹਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਔਰ ਬੜੀ ਬੇਰਹਿਮੀ ਦੇ ਨਾਲ ਉਹਨੂੰ ਕੁੱਟਿਆ ਗਿਆ ਔਰ ਨਾਲ ਦੀ ਨਾਲ ਉਹਨੂੰ ਚੱਕ ਕੇ ਕਿਧਰੇ ਬਹੁਤ ਅਣਦੱਸੀ ਥਾਂ ਤੇ ਪੁਲਿਸ ਲੈ ਗਈ। ਨਵਜੋਤ, ਗੱਲ ਇਹ ਹੈ ਕਿ ਮੇਰਾ ਖਿਆਲ ਹੈ ਕਿ ਮੈਂ ਜ਼ਿੰਦਗੀ ਦੇ ਵਿੱਚ ਜਿਹੜਾ ਇਹਨਾਂ ਮੌਕਿਆਂ ਦੇ ਉੱਤੇ, ਕਿਉਂਕਿ ਸਾਨੂੰ ਪਤਾ ਹੈ ਕਿ ਰਾਜ ਸੱਤਾ ਕਿਸ ਤਰੀਕੇ ਨਾਲ ਤਸ਼ੱਦਦ ਕਰਦੀ ਹੈ, ਉਹ ਜਿਹੜੀਆਂ ਪੋਲੀਟੀਕਲ ਸਾਡੀਆਂ ਲੜਾਈਆਂ ਹੁੰਦੀਆਂ, ਉਹਦੇ ਵਿੱਚ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਹਾਂ, ਅਸੀਂ ਵਿਰੋਧ ਦੀ ਰਾਜਨੀਤੀ ਦੇ ਵਿੱਚ ਹਾਂ, ਸੱਤਾ ਨੇ ਇਹ ਦਬਾਉਣਾ ਹੀ ਹੁੰਦਾ ਹੈ। ਪਰ ਸੱਤਾ ਜਿਹੜੀ ਇੱਕ ਇਨਸਾਨ, ਜਿਹੜੀ ਔਰਤ ਹੈ, ਖਾਸ ਕਰਕੇ ਅਸੀਂ ਹਿੰਦੁਸਤਾਨ ਨੂੰ ਕਹਿੰਦੇ ਦੇਵੀ ਪੂਜਾ ਹੈ, ਦੁਰਗਾ ਪੂਜਾ ਦੀ ਗੱਲ ਕਰਦੇ ਹਾਂ, ਕਾਲੀ ਦੀ ਗੱਲ ਕਰਦੇ ਹਾਂ, ਵੈਦਿਕ ਮੰਤਰਾਂ ਦੀ ਗੱਲ ਕਰਦੇ ਹਾਂ, ਤੇ ਉਸ ਦੇ ਸਾਹਮਣੇ ਜਦੋਂ ਸੰਸਦ ਦੇ ਵਿੱਚ, ਜਿਹੜੀ ਨਵੀਂ ਪਾਰਲੀਮੈਂਟ ਦੇ ਵਿੱਚ, ਉਹ ਵੇਦ ਮੰਤਰ ਉਚਾਰੇ ਜਾ ਰਹੇ ਸੀ, ਤੇ ਦੂਜੇ ਪਾਸੇ ਉਹੀ ਔਰਤਾਂ ਜਿਹੜੀਆਂ ਸਾਡੇ ਦੇਸ਼ ਲਈ ਸੋਨ ਤਗਮੇ ਜਿੱਤਦੀਆਂ, ਉਹ ਜਿਹੜੇ ਚਾਂਦੀ ਦੇ ਤਗਮੇ ਜਿੱਤਦੀਆਂ, ਜਿਹੜੀਆਂ ਸਾਡੇ ਝੰਡੇ ਨੂੰ ਬੁਲੰਦ ਕੀਤਾ, ਉਹਨਾਂ ਦੇ ਹੱਥ ਵਿੱਚ ਲਏ ਝੰਡੇ ਨੂੰ ਵੀ ਰੋਲਿਆ ਗਿਆ। ਔਰ ਉਹਨਾਂ ਦੀਆਂ ਤੁਸੀਂ ਸਾਰੇ ਹਿੰਦੁਸਤਾਨ ਨੇ ਹੀ ਨਹੀਂ, ਸਾਰੇ ਸੰਸਾਰ ਨੇ ਤਸਵੀਰਾਂ ਦੇਖੀਆਂ, ਤੇ ਉਹ ਕਿਸ ਤਰੀਕੇ ਨਾਲ ਕੁੜੀਆਂ ਨੂੰ ਕੁੱਟਿਆ ਗਿਆ। ਪਰ ਮੈਂ ਉਹਨਾਂ ਬਹਾਦਰ ਧੀਆਂ ਨੂੰ, ਆਪਣੀਆਂ ਬੇਟੀਆਂ ਨੂੰ ਇਹ ਦਾਦ ਦਿੰਨੀ ਆ ਕਿ ਉਹ ਬੜੀ ਬਹਾਦਰੀ ਨਾਲ ਲੜੀਆਂ, ਕਿਉਂਕਿ ਮੋਦੀ ਗਵਰਨਮੈਂਟ ਦੇ ਜਿਹੜੇ ਪ੍ਰਿੰਟ ਮੀਡੀਆ ਦੇ ਲੋਕ ਆ, ਉਹਨਾਂ ਨੇ ਕਿਹਾ ਧਰਨਾ ਉਠਾ ਦਿੱਤਾ ਗਿਆ, ਧਰਨਾ ਉਠਾਇਆ ਨਹੀਂ। ਇਸ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ ਕਿ ਕੁੜੀਆਂ ਨੇ ਆਪ ਹੀ ਸਮਾਪਤ ਕਰ ਦਿੱਤਾ, ਜਦੋਂ ਕਿ ਤਸਵੀਰਾਂ ਬੋਲਦੀਆਂ ਸਨ। ਅਸੀਂ ਜੰਤਰ ਮੰਤਰ ਦੇ ਦੂਸਰੇ ਪਾਸੇ, ਜਿਹੜਾ ਸਾਡਾ ਜਨਪਥ ਦਾ ਮੈਟਰੋ ਸਟੇਸ਼ਨ ਆ, ਉਸ ਪਾਸੇ ਖੜੇ ਸੀ,
ਔਰ ਉਹਨੂੰ ਪਿਛਲੇ ਪਾਸੇ ਸੰਸਦ ਮਾਰਗ ਵਾਲੇ ਪਾਸਿਓਂ ਜਿਹੜਾ ਐਂਟਰੈਂਸ ਹੈ ਜੰਤਰ ਮੰਤਰ ਦੀ, ਉਧਰੋਂ ਜ਼ੋਰ ਜ਼ਬਰਦਸਤੀ ਕੋਈ 500-600 ਪੁਲਿਸਮੈਨ ਆ ਕੇ ਉਹਨਾਂ ਨੂੰ ਜ਼ਬਰਦਸਤੀ ਚੁੱਕ ਕੇ ਲਗਾਏ। 4-4 5-5 ਜਾਣੇ ਤੁਸੀਂ ਦੇਖਿਆ ਇੱਕ ਕੁੜੀ ਨੂੰ ਚੱਕਣ ਦੀ ਕੋਸ਼ਿਸ਼ ਕਰ ਰਹੇ ਸੀ, ਪਰ ਉਹ ਕੁੜੀਆਂ ਨੇ ਫਿਰ ਵੀ ਕੋਸ਼ਿਸ਼ ਕੇ ਦਿਖਾਇਆ ਕਿ ਅਸੀਂ ਉੱਠ ਨਹੀਂ ਰਹੀਆਂ। ਤੇ ਮੇਰਾ ਖਿਆਲ ਆ ਮੈਂ ਪਹਿਲੀ ਵਾਰੀ ਆਪਣੇ ਇਹ ਹੰਝੂ ਵਹਾਏ ਕਿ ਇਹ ਦੇਸ਼ ਜਿਹੜਾ ਹੈ ਬੁੱਧ ਦਾ ਦੇਸ਼ ਹੈ, ਨਾਨਕ ਦਾ ਦੇਸ਼ ਹੈ, ਮਹਾਤਮਾ ਗਾਂਧੀ ਦਾ ਦੇਸ਼ ਹੈ, ਤੇ ਇੱਥੇ ਇੱਕ ਸਮਾਜਿਕ ਜ਼ਬਰ ਦੇ ਲਈ ਜਿਹੜੀ ਕੁੜੀਆਂ ਨੇ ਆਵਾਜ਼ ਬੁਲੰਦ ਕੀਤੀ, ਉਹਦੇ ਲਈ ਉਹਨਾਂ ਨੂੰ ਆਪਣੀ ਆਵਾਜ਼ ਨੂੰ ਚੁੱਪ ਕਰਾਇਆ ਜਾ ਰਿਹਾ। ਮੈਂ ਤੇ ਇਸ ਕਰਕੇ ਵੀ ਉਹਨਾਂ ਨੂੰ ਇਹ ਕਹਿ ਰਹੀ ਹਾਂ ਕਿ ਉਹ ਬਹਾਦਰ ਨੇ। ਪਹਿਲੀ ਗੱਲ ਤੇ ਔਰਤ ਦੇ ਨਾਲ ਜਿਹੜਾ ਜ਼ਬਰ ਜਨਾਹ ਹੁੰਦਾ ਹੈ ਉਹ ਆਪਣੀ ਆਵਾਜ਼ ਹੀ ਨਹੀਂ ਖੋਲਦੀਆਂ। ਇਸ ਕਰਕੇ ਉਹਨਾਂ ਨੂੰ ਮੈਂ ਉਹਨਾਂ ਦੇ ਮਾਪਿਆਂ ਨੂੰ ਤੇ ਉਹਨਾਂ ਨਾਲ ਜਿਹੜੇ ਉਹ ਕੁੜੀਆਂ ਨੇ ਔਰ ਉਹਨਾਂ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਸਲਾਮ ਕਰਦੀ ਹਾਂ ਕਿ ਉਹਨਾਂ ਨੇ ਉਹ ਚੁੱਪੀ ਤੋੜਨ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਤੇ ਮਾਪਿਆਂ ਨੇ ਆਪਣੀਆਂ ਧੀਆਂ ਤੇ ਭਰੋਸਾ ਜ਼ਾਹਰ ਕੀਤਾ। ਕਿ ਜਦੋਂ ਅਸੀਂ ਸਵੇਰੇ ਉੱਥੇ ਪਹੁੰਚੇ, ਕਿਉਂਕਿ 11 ਵਜੇ ਦਾ ਟਾਈਮ ਸੀ, ਅਸੀਂ ਉਸ ਤੋਂ ਪਹਿਲਾਂ ਹੀ ਪਹੁੰਚ ਗਏ। ਬਹੁਤ ਸਾਰੀਆਂ ਔਰਤ ਜਿਹੜੀਆਂ ਮਹਿਲਾ ਸਾਡੀਆਂ ਲੀਡਰ ਸੀ ਉਹਨਾਂ ਨੂੰ ਘਰਾਂ ਤੋਂ ਗ੍ਰਿਫਤਾਰ ਕਰ ਲਿਆ ਗਿਆ, ਕਈਆਂ ਨੂੰ ਰਸਤੇ 'ਚ ਗ੍ਰਿਫਤਾਰ ਕੀਤਾ, ਤੇ ਸਾਰੀ ਦੀ ਸਾਰੀ ਦਿੱਲੀ ਇੱਕ ਛਾਉਣੀ ਦੇ ਵਿੱਚ ਤਬਦੀਲ ਸੀ। ਚੱਪੇ ਚੱਪੇ ਤੇ ਪੁਲਿਸ ਤੇ ਪੈਰਾਮਿਲਟਰੀ ਫੋਰਸਿਸ ਸੀ। ਜੰਤਰ ਮੰਤਰ ਤੱਕ ਜਾਣ ਦੇ ਸਾਰੇ ਰਸਤੇ ਬੰਦ ਸੀ। ਈਵਨ ਕਿ ਉਸ ਤੋਂ 2-3 ਕਿਲੋਮੀਟਰ ਪਹਿਲਾਂ ਹੀ ਬੈਰੀਕੇਡ ਸੀ। ਅਸੀਂ ਕੱਲੇ ਤੌਰ ਤੇ ਜਾ ਕੇ ਕਿਸੇ ਤਰੀਕੇ ਦੇ ਨਾਲ ਬੜੇ ਡਿਪਲੋਮੈਟਿਕਲੀ ਅਸੀਂ ਉਸ ਦੇ ਨੇੜੇ ਪਹੁੰਚੇ। ਤੇ ਜਦੋਂ ਉਹਨਾਂ ਨੂੰ ਚੱਕਿਆ ਗਿਆ, ਉਹ ਦੂਸਰੇ ਪਾਸੇ ਅਸੀਂ ਕਾਫੀ ਕੋਈ 200-300 ਲੋਕ ਅਸੀਂ ਇਕੱਠੇ ਹੋ ਗਏ ਤਾਂ ਧਰਨਾ ਦਿੱਤਾ। ਉੱਥੇ ਅਸੀਂ ਬੈਠ ਗਏ। ਉਹਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਕਿ ਨਹੀਂ ਹਿੱਲ ਰਹੇ ਤੇ ਉਹਨਾਂ ਨੇ ਫਿਰ ਸਾਨੂੰ ਵੀ ਉਹਨਾਂ ਦੇ ਨਾਲ ਹੀ ਦੂਜੇ ਪਾਸੇ ਉਹਨਾਂ ਨੂੰ ਲੈ ਗਏ ਤੇ ਦੂਸਰੇ ਪਾਸੇ ਸਾਨੂੰ ਜਿਹੜਾ ਹੈ ਉਹਨਾਂ ਨੇ ਅਰੈਸਟ ਕਰਕੇ ਬੱਸਾਂ 'ਚ ਬਿਠਾ ਕੇ ਡਿਫਰੈਂਟ ਪਲੇਸਿਸ ਬਹੁਤ ਦੂਰ 3 ਘੰਟੇ ਸਾਨੂੰ ਬੱਸ ਦੇ ਵਿੱਚ ਹੀ ਘੁਮਾਉਂਦੇ ਰਹੇ। ਤੇ ਜਿਹੜਾ ਮੇਰੇ ਵਾਲਾ ਗਰੁੱਪ ਸੀ ਉਹਨੂੰ ਨਜਫਗੜ੍ਹ ਪੁਲਿਸ ਸਟੇਸ਼ਨ ਆ ਉੱਥੇ ਲੈ ਗਏ, ਕਿਸੇ ਨੂੰ ਕਾਲੀ ਅੰਦਰ, ਕਿਸੇ ਨੂੰ ਜਿਹੜਾ ਕਪਸ ਹੇਰਾ ਦੇ ਵਿੱਚ ਲੈ ਕੇ ਗਏ। ਇਸ ਤਰ੍ਹਾਂ ਡਿਫਰੈਂਟ ਪਲੇਸਿਸ ਤੇ ਉਹਨਾਂ ਨੇ ਜਿਹੜੇ ਸਵੇਰੇ ਅਰੈਸਟ ਕੀਤੇ ਔਰ ਦੇਰ ਰਾਤ 8 ਵਜੇ ਦੇ ਕਰੀਬ ਉਹਨਾਂ ਨੇ ਸਾਨੂੰ ਰਿਲੀਜ਼ ਕੀਤਾ। ਓਕੇ, ਉਹਨਾਂ ਤੁਹਾਨੂੰ ਅਰੈਸਟ ਕਰਕੇ ਕਿਸੇ ਥਾਂ ਤੇ ਲੈ ਗਏ, ਕਿਸੇ ਅਣਦੱਸੀ ਥਾਂ ਦੇ ਉੱਤੇ ਲੈ ਗਏ ਸੀ, ਪਰ ਜਿਹੜਾ 2-3 ਘੰਟੇ ਤੁਹਾਨੂੰ ਬੱਸਾਂ ਦੇ ਵਿੱਚ ਘੁਮਾਉਂਦੇ ਰਹੇ, ਉਸ ਵੇਲੇ ਜਿਹੜਾ ਬਿਹੇਵੀਅਰ ਸੀ ਉਹ ਕਿਹੋ ਜਿਹਾ ਸੀਗਾ? ਕਿਉਂਕਿ ਤੁਸੀਂ ਕੁਝ ਖਾਧਾ ਪੀਤਾ, ਉਸ ਵੇਲੇ ਵਾਸ਼ਰੂਮ ਵੀ ਜਾਣਾ ਹੁੰਦਾ ਜਾਂ ਤੁਹਾਡੀਆਂ ਹੋਰ ਲੋੜਾਂ ਵੀ ਉਸ ਵੇਲੇ ਹੋ ਸਕਦੀਆਂ, ਤੇ ਉਹਨਾਂ ਦੇ ਵਿੱਚੋਂ ਜ਼ਿਆਦਾਤਰ ਔਰਤਾਂ ਹੀ ਸੀ ਜਾਂ ਆਦਮੀ ਵੀ ਨਾਲ ਸਨ ਤੁਹਾਡੇ? ਨਹੀਂ, ਉਸਦੇ ਵਿੱਚ ਸਾਡੇ ਔਰਤਾਂ ਆਲਮੋਸਟ ਸਾਡੀ ਬੱਸ ਦੇ ਵਿੱਚ 35 ਲੋਕ ਸਨ। ਦੂਜੀ ਬੱਸ ਦੇ ਵਿੱਚ ਵੀ 35 ਛੋਟੀਆਂ ਬੱਸਾਂ ਸੀ ਜਿਸ ਦੇ ਵਿੱਚ ਭਰ ਕੇ ਲੈ ਕੇ ਗਏ। ਸਾਨੂੰ ਨਜਫਗੜ੍ਹ ਪੁਲਿਸ ਸਟੇਸ਼ਨ ਲੈ ਕੇ ਗਏ ਜਿਸ ਦੇ ਵਿੱਚ ਹਰਿਆਣਾ ਦੇ ਜਿਹੜੀ ਖਾਪ ਪੰਚਾਇਤਾਂ ਦੇ ਕੁਝ ਲੋਕ ਸਨ, ਜਿਹੜੀ ਦਿੱਲੀ ਯੂਨੀਵਰਸਿਟੀ ਦੇ ਕੁਝ ਸਟੂਡੈਂਟ ਸਨ, ਆਪਣੇ ਆਇਸਾ ਦੇ ਸਟੂਡੈਂਟ ਸਨ, AISF ਦੇ ਸਟੂਡੈਂਟ ਸਨ, ਸਾਡੀਆਂ ਮਹਿਲਾ ਆਰਗੇਨਾਈਜੇਸ਼ਨ ਮਿਕਸ ਸੀ। ਜਿਹੜਾ ਜਿਸ ਤਰ੍ਹਾਂ ਵੀ ਉਹਨਾਂ ਨੇ ਧੱਕੇ ਨਾਲ ਜਿਹੜੀ ਵੀ ਬੱਸ ਦੇ ਵਿੱਚ ਬਿਠਾਇਆ ਉਹਦੇ ਵਿੱਚ ਸਾਰੇ ਬੈਠ ਗਏ। ਉਹਦੇ ਵਿੱਚ ਯੰਗ ਕੁੜੀਆਂ ਵੀ ਸਨ ਬਹੁਤ ਸਾਰੀਆਂ ਤੇ ਮੁੰਡੇ ਸਨ, ਤੇ 50% ਔਰਤਾਂ 50% ਆਲਮੋਸਟ ਮੈਂ ਜਿਹੜਾ ਹੈ ਕਹਿਣਾ ਚਾਹਨੀ ਆ ਕਿ ਇੰਨਾ ਸੀ, ਜਿਹਦੇ ਵਿੱਚ ਬਜ਼ੁਰਗ ਵੀ ਸੀ, ਜਿਸ ਦੇ ਵਿੱਚ ਅਧਖੜ ਉਮਰ ਦੀਆਂ ਔਰਤਾਂ ਵੀ ਸਨ। ਸੋ ਇਸ ਕਰਕੇ ਉਹ ਸਾਰਾ ਮਿਕਸ ਗਰੁੱਪ ਸੀ ਜਿਹੜਾ ਨਜਫਗੜ੍ਹ ਪੁਲਿਸ ਸਟੇਸ਼ਨ ਲੈ ਕੇ ਜਾਇਆ ਗਿਆ। ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਇੱਕ ਥਾਂ ਤੇ ਛੱਡ ਦਿੱਤਾ। ਉਸ ਤੋਂ ਬਾਅਦ ਫਿਰ ਰਿਕਸ਼ਾ ਕਰਕੇ ਅਸੀਂ ਆਟੋ ਕਰਕੇ ਨਜਫਗੜ੍ਹ ਮੈਟਰੋ ਸਟੇਸ਼ਨ ਪਹੁੰਚੇ। ਫਿਰ ਉਸ ਤੋਂ ਬਾਅਦ ਅੱਗੇ ਆਪਣੇ ਆਪਣੇ ਥਾਵਾਂ ਤੇ ਜਾਣ ਲਈ ਅਸੀਂ ਆਪਣਾ ਰਸਤਾ ਲਿਆ। ਤੁਸੀਂ ਗੱਲ ਕਰ ਰਹੇ ਸੀ ਕਿ ਵੀ ਜਿਹੜੀਆਂ ਤਸਵੀਰਾਂ ਉਹ ਮੂੰਹੋਂ ਬੋਲਦੀਆਂ ਨੇ। ਬੜੀ ਹਾਸੋਹੀਣੀ ਗੱਲ ਹੈ ਕਿ ਅੱਜ ਹੀ ਮੈਂ ਦੇਖ ਰਹੀ ਸੀ ਭਾਰਤੀ ਮੀਡੀਆ ਦੇ ਕੁਝ ਹਿੱਸੇ ਦੇ ਵਿੱਚ ਕੁਝ ਉਹ ਤਸਵੀਰਾਂ ਛਪੀਆਂ ਕਿ ਉਹ ਜਿਹੜੀਆਂ ਪਲੇਅਰਸ ਨੇ, 2 ਕੁੜੀਆਂ ਨੇ, ਵਿਨੇਸ਼ ਤੇ ਦੂਸਰੀ ਸ਼ਾਇਦ ਸੰਗੀਤਾ ਉਸਦਾ ਨਾਮ, ਉਹ ਦੋਨੋਂ ਬੱਸ ਦੇ ਵਿੱਚ ਬੈਠੀਆਂ ਨੇ। ਕਹਿੰਦੇ ਕਿ ਉਹਨਾਂ ਦੀ ਤਸਵੀਰ ਜਿਸ ਤਰ੍ਹਾਂ ਦੀ ਗੰਭੀਰਤਾ ਦੇ ਚਿਹਰਿਆਂ ਵਾਲੀ ਤਸਵੀਰ ਸੀ, ਉਹਨਾਂ ਤਸਵੀਰਾਂ ਦੇ ਉਹਨਾਂ ਦੇ ਹਾਵ ਭਾਵ ਬਦਲ ਦਿੱਤੇ ਗਏ, ਉਹਨਾਂ ਨੂੰ ਹੱਸਦੀਆਂ ਮੁਸਕਰਾਉਂਦੀਆਂ ਦਿਖਾਇਆ ਗਿਆ ਹੈ। ਤੇ ਕਮਾਲ ਦੀ ਗੱਲ ਹੈ,
ਇਹ ਗੱਲ ਬਾਅਦ ਦੇ ਵਿੱਚ ਮੀਡੀਆ 'ਚ ਹੀ ਹੁਣ ਸਾਹਮਣੇ ਆਈ ਹੈ ਕਿ ਇਹ ਤਸਵੀਰਾਂ ਉਹਨਾਂ ਦੀਆਂ ਡਿਸਟੋਰਟ ਕੀਤੀਆਂ ਗਈਆਂ, ਉਹਨਾਂ ਦੇ ਨਾਲ ਛੇੜਖਾਨੀ ਕਰਕੇ ਇਸ ਤਰ੍ਹਾਂ ਦੀ ਤਸਵੀਰ ਪੇਸ਼ ਕੀਤੀ ਗਈ ਆ। ਜਿਹੜੀ ਅਸਲ ਤਸਵੀਰ ਉਹਨਾਂ ਵੱਲੋਂ ਟਵੀਟ ਕੀਤੀ ਗਈ ਸੀ ਜਾਂ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਗਈ ਸੀ, ਤਕਰੀਬਨ ਘੰਟੇ ਡੇਢ ਘੰਟੇ ਤੋਂ ਬਾਅਦ ਉਹੋ ਹੀ ਹੱਸਦੀਆਂ ਹੋਈਆਂ ਦੀ ਉਹਨਾਂ ਦੀ ਤਸਵੀਰ ਸਾਹਮਣੇ ਆ ਗਈ। ਬੜਾ ਇਹ ਦੁਖਦਾਇਕ ਗੱਲ ਹੈ ਕਿ ਇਸ ਤਰੀਕੇ ਦੇ ਨਾਲ ਵੀ ਜਿਹੜੀ ਰਾਜ ਸੱਤਾ ਉਹਨਾਂ ਦੇ ਨਾਲ ਖੇਡ ਰਹੀ ਹੈ। ਜੀ ਨਵਜੋਤ, ਮੈਂ ਇਹ ਥੋੜਾ ਸਪਸ਼ਟ ਕਰ ਦਿਆਂ ਕਿ ਜਦੋਂ ਅਸੀਂ ਤੁਸੀਂ ਸਵਾਲ ਪਹਿਲਾਂ ਵੀ ਪੁੱਛਿਆ ਸੀ ਕਿ ਕੁਝ ਖਵਾਇਆ ਪਿਆਇਆ ਗਿਆ, ਕੁਝ ਨਹੀਂ ਉਹਨਾਂ ਨੇ ਕੀਤਾ। ਬਸ ਸਾਡੇ ਕਹਿਣ ਦੇ ਬਾਅਦ ਉਹਨਾਂ ਨੇ 4 ਵਜੇ ਸਾਨੂੰ ਇੱਕ ਚਾਹ ਦਾ ਕੱਪ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੇ ਉੱਥੇ ਪਿਲਾਇਆ ਪੁਲਿਸ ਸਟੇਸ਼ਨ ਦੇ ਵਿੱਚ। ਬਾਕੀ ਜਿਹੜਾ ਹੈ ਉਹਨਾਂ ਦੀ, ਜਿੱਥੋਂ ਤੱਕ ਤੁਸੀਂ ਇਹਦਾ ਫੋਟੋ ਦੀ ਗੱਲ ਕਰਦੇ ਹੋ, ਅਸੀਂ ਗਏ ਆ, ਸਾਡੇ ਅੰਦਰ ਬੈਠਿਆਂ ਦੀਆਂ ਉਹਨਾਂ ਨੇ ਸਭ ਦੀਆਂ ਫੋਟੋ ਖਿੱਚੀਆਂ ਕਿ ਕੌਣ ਕੌਣ ਬੈਠਾ ਹੈ, ਕਿਸ ਤਰ੍ਹਾਂ ਹੈ। ਉਹ ਲੜਕੀਆਂ ਨੇ ਜਦੋਂ 7:30 ਵਜੇ ਉਹਨਾਂ ਨੂੰ ਰਿਲੀਜ਼ ਕੀਤਾ, ਕਿਉਂਕਿ ਜਿਹੜੀ ਅਗਰ ਜਾਂ ਤੇ ਉਹਨਾਂ ਨੇ ਸਾਨੂੰ ਆਪਣਾ ਕੋਰਟ ਦੇ ਵਿੱਚ ਪੇਸ਼ ਕਰਨਾ ਦਾ ਦਿਨ ਰੱਖਣਾ ਸੀ, ਤੇ ਹਨੇਰਾ ਪੈਣ ਤੋਂ ਬਾਅਦ ਕਿਸੇ ਵੀ ਔਰਤ ਨੂੰ ਪੁਲਿਸ ਸਟੇਸ਼ਨ ਵਿੱਚ ਨਹੀਂ ਰੱਖਿਆ ਜਾ ਸਕਦਾ। ਇਹ ਕਾਨੂੰਨ ਹੈ। ਪਤਾ ਨਹੀਂ ਉਹਨਾਂ ਨੇ ਇਸ ਕਾਨੂੰਨ ਦੀ ਕਿਉਂ ਪਾਲਣਾ ਕਰ ਲਈ, ਕਿਉਂਕਿ ਮੋਦੀ ਦੀ ਗਵਰਨਮੈਂਟ ਦੇ ਵਿੱਚ ਕੁਝ ਵੀ ਹੋ ਸਕਦਾ ਹੈ, ਕਿਉਂਕਿ ਇੰਨੀ ਤਾਨਾਸ਼ਾਹੀ ਹੈ। ਜਿਹੜੇ ਸਾਡੇ ਕਾਨੂੰਨ ਨੇ, ਸੰਵਿਧਾਨਕ ਹੱਕ ਨੇ, ਉਹਨਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹੈ। ਉੱਥੇ ਕੁੜੀਆਂ ਨੇ ਜਦੋਂ ਬਾਅਦ ਦੇ ਵਿੱਚ 8 ਵਜੇ ਉਹਨਾਂ ਨੂੰ 7:30 ਵਜੇ ਰਿਲੀਜ਼ ਕੀਤਾ, ਉਹਨਾਂ ਦੇ ਜਿਹੜੇ ਸਾਥੀ ਸਨ, ਅਸੀਂ ਵੀ ਇਸੇ ਤਰ੍ਹਾਂ ਕੀਤਾ ਕਿ ਸਾਨੂੰ ਉਹਨਾਂ ਨੇ 7 ਵਜੇ, ਪੌਣੇ 7 ਵਜਣ 'ਚ 5 ਮਿੰਟ ਰਹਿੰਦੇ ਸੀ ਕਿਉਂਕਿ ਸੂਰਜ ਛਿਪ ਜਾਂਦਾ ਹੈ, ਸਾਨੂੰ ਉਹਨਾਂ ਨੇ ਥਾਣੇ 'ਚੋਂ ਬਾਹਰ ਕੱਢ ਦਿੱਤਾ। ਲੇਕਿਨ ਜਿਹੜੇ ਸਾਡੇ ਨਾਲ ਮਰਦ ਸਾਥੀ ਸਨ ਉਹਨਾਂ ਨੂੰ ਅਜੇ ਬਿਠਾਈ ਰੱਖਿਆ। ਅਸੀਂ ਉਹਨਾਂ ਨੂੰ ਇਹ ਵੀ ਗੱਲ ਕਹੀ ਬਈ ਸਾਨੂੰ ਇਕੱਠਿਆਂ ਨੂੰ ਬਾਹਰ ਭੇਜਿਆ ਜਾਵੇ, ਉਹ ਕਹਿੰਦੇ ਅਸੀਂ ਤੁਹਾਨੂੰ ਨਹੀਂ ਰੱਖ ਸਕਦੇ। ਤਾਂ ਲੜਕੀਆਂ ਨੂੰ ਵੀ 7 ਵਜੇ ਜਦੋਂ ਬਾਹਰ ਕੱਢਿਆ, ਉਹਨਾਂ ਨੇ ਵੀ ਪ੍ਰੋਟੈਸਟ ਕੀਤਾ ਕਿ ਜਿਹੜੇ ਸਾਡੇ ਸਾਥੀ ਨੇ ਉਹਨਾਂ ਨੂੰ ਵੀ ਨਾਲ ਹੀ ਰਿਲੀਜ਼ ਕੀਤਾ ਜਾਏ। ਤੇ ਉਹਨਾਂ ਨੇ ਮੀਡੀਆ ਨੂੰ ਇਹ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਫੋਟੋ ਅੰਦਰ ਪੁਲਿਸ ਸਟੇਸ਼ਨ ਦੇ ਬੈਠੇ ਉਹਨਾਂ ਨੇ ਖਿੱਚੀਆਂ ਡਿਫਰੈਂਟ ਐਂਗਲ ਤੋਂ, ਕਿਉਂਕਿ ਉਹਨਾਂ ਦੇ ਫੋਨ ਲੈ ਲਏ ਗਏ। ਸਭ ਦੇ ਜਿਹੜਾ ਅੰਦਰ ਪੁਲਿਸ ਸਟੇਸ਼ਨ ਗਿਆ ਉਹਨਾਂ ਦੇ ਫੋਨ ਲੈ ਲਏ ਗਏ। ਤਾਂ ਉਹਨਾਂ ਨੇ ਉਹਦਾ ਰਿਐਕਟ ਕੀਤਾ ਸੀ ਉਦੋਂ ਵੀ, ਤੇ ਉਹਨਾਂ ਨੇ ਆ ਕੇ ਮੀਡੀਆ ਨੂੰ ਪ੍ਰੋਪਰ ਕਿਹਾ ਕਿ ਸਾਡੀਆਂ ਫੋਟੋ ਨੂੰ ਕਿਸ ਤਰੀਕੇ ਦੇ ਨਾਲ ਯੂਜ਼ ਕਰਨਗੇ ਸਾਨੂੰ ਨਹੀਂ ਪਤਾ, ਕਿਉਂਕਿ ਅਸੀਂ ਉਹ ਕਿਸੇ ਵੀ ਪੁਲਿਸ ਵਾਲੇ ਨੂੰ ਆਪਣੇ ਪਰਸਨਲ ਫੋਨ ਦੇ ਉੱਤੇ ਫੋਟੋ ਲੈਣ ਦਾ ਕੋਈ ਹੱਕ ਨਹੀਂ। ਪਰ ਇੱਥੇ ਮੋਦੀ ਸਰਕਾਰ ਦੇ ਜਿਹੜੀ ਖਾਸ ਕਰਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਿਹੜੀ ਪੁਲਿਸ ਹੈ, ਜਿਹੜੀ ਦਿੱਲੀ ਦੇ ਵਿੱਚ ਜਿਸ ਦਾ ਰਾਜ ਚੱਲਦਾ, ਗ੍ਰਹਿ ਮੰਤਰੀ ਦਾ, ਸੈਂਟਰ ਦੀ ਹੈ ਪੁਲਿਸ, ਉਹ ਜੋ ਮਰਜ਼ੀ ਕਰ ਸਕਦੀ ਹੈ, ਉਹਨੂੰ ਕੋਈ ਪੁੱਛਣ ਵਾਲਾ ਨਹੀਂ ਹੈ। ਜੋ ਹੁਕਮ ਉੱਪਰੋਂ ਆ ਰਿਹਾ ਹੈ, ਜੋ ਹੁਕਮ ਗ੍ਰਹਿ ਮੰਤਰੀ ਤੋਂ ਆ ਰਿਹਾ, ਪੁਲਿਸ ਉਹੀ ਕੁਝ ਕਰ ਰਹੀ ਹੈ। ਸੋ ਇਸ ਕਰਕੇ ਜਿਹੜੀਆਂ ਇਹ ਫੋਟੋ ਉਹਨਾਂ ਨੇ ਕ੍ਰੌਪ ਕੇ ਉਹਨਾਂ ਦੀਆਂ ਹੱਸਦੀਆਂ ਦੀਆਂ ਪੇਸ਼ ਕੀਤੀਆਂ, ਉਹ ਕੁਝ ਹੋਰ ਵੀ ਕਰ ਸਕਦੇ ਆ। ਸੋ ਇਸ ਕਰਕੇ ਇਹ ਉਹਨਾਂ ਨੇ ਉਹਨਾਂ ਕੁੜੀਆਂ ਦੇ ਅਗੇਂਸਟ ਪ੍ਰਚਾਰ ਦੇ ਲਈ ਇਹ ਬਹੁਤ ਕੁਝ ਉਹ ਜਿਹੜੇ ਛੜਯੰਤਰ ਕਰਨਗੇ। ਸੋ ਇਹ ਗੱਲ ਸਾਨੂੰ ਸਾਰਿਆਂ ਨੂੰ ਸਮਝ ਲੈਣੀ ਚਾਹੀਦੀ ਹੈ ਕਿ ਕ੍ਰੌਪ ਕੀਤੀਆਂ ਹੋਈਆਂ ਫੋਟੋ ਨੇ, ਔਰ ਫੋਟੋ ਦੇ ਨਾਲ ਉਹ ਛੇੜਛਾੜ ਕਰਨਾ ਵੀ ਇੱਕ ਜਿਹੜਾ ਹੈ ਜ਼ੁਰਮ ਹੈ, ਪਰ ਉਹ ਪੁਲਿਸ ਨੇ ਕੀਤੀਆਂ ਇਹ। ਅੱਛਾ, ਹੁਣ ਕਿਸਾਨ ਜਥੇਬੰਦੀਆਂ ਬਹੁਤ ਖੁੱਲ੍ਹ ਕੇ ਹਮਾਇਤ 'ਤੇ ਆਈਆਂ ਨੇ ਇਹਨਾਂ ਕੁੜੀਆਂ ਦੀਆਂ, ਬਹੁਤ ਚੰਗੀ ਗੱਲ ਹੈ। ਮੇਰੀ ਗੱਲ ਹੋ ਰਹੀ ਸੀ ਕਿਸੇ ਦੇ ਨਾਲ, ਉਹ ਕਹਿੰਦੇ ਵੀ ਜੇ ਇਹਨਾਂ ਕੁੜੀਆਂ ਦੀ ਸੁਣਵਾਈ ਨਹੀਂ ਹੁੰਦੀ, ਇਹ ਵੀ ਹੋ ਸਕਦਾ ਕਿ ਇਹ ਅੰਦੋਲਨ ਜਿਹੜਾ ਆ ਇਹ ਕਿਸਾਨ ਅੰਦੋਲਨ ਨਾਲੋਂ ਵੀ ਵੱਡਾ ਅੰਦੋਲਨ ਹੋ ਨਿਬੜੇ। ਇਹ ਧੀਆਂ ਦਾ ਮਾਮਲਾ ਹੈ, ਕੁੜੀਆਂ ਦਾ ਮਾਮਲਾ ਹੈ, ਐਂਡ ਇਹ ਗੁੰਡਾਗਰਦੀ ਦੇ ਖਿਲਾਫ ਜਿਹੜੀ ਆਵਾਜ਼ ਹੈ ਸਾਰੇ ਬੁਲੰਦ ਕਰਨ ਦੀ ਇਕਜੁੱਟ ਹੋ ਕੇ ਕੋਸ਼ਿਸ਼ ਕਰ ਰਹੇ ਆ। ਇਹਦੇ ਨਾਲ ਨਾਲ ਕੁਝ ਗੱਲਾਂ ਹੋਰ ਦਿਮਾਗ 'ਚ ਆਉਂਦੀਆਂ। ਜਿੱਥੇ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ, ਉੱਥੇ ਜਿਹੜੀਆਂ ਆਮ ਔਰਤਾਂ ਨੇ, ਔਰਤਾਂ ਦੇ ਇਸ ਮੁੱਦੇ ਪ੍ਰਤੀ ਕਿੰਨੀਆਂ ਕੁ ਜ਼ਿਆਦਾ ਉਹ ਅਵੇਅਰ ਹੋਈਆਂ, ਕਿੰਨੀਆਂ ਕਿ ਇਹਨੂੰ ਗੰਭੀਰਤਾ ਦੇ ਨਾਲ ਲੈ ਰਹੀਆਂ। ਤੁਸੀਂ ਲੋਕ ਇੱਕ ਜਿਹੜੀਆਂ ਸੰਸਥਾਵਾਂ ਆ ਉਹਨਾਂ ਦੇ ਮੈਂਬਰ ਹੋ, ਦੂਸਰੇ ਪਾਸੇ ਕੁਝ ਔਰਤਾਂ ਉਹ ਨੇ ਜਿਹੜੀਆਂ ਪੋਲੀਟੀਕਲ ਲੈਵਲ ਦੇ ਉੱਤੇ ਕੰਮ ਕਰ ਰਹੀਆਂ ਨੇ, ਤੀਜੇ ਪਾਸੇ ਬਿਊਰੋਕਰੈਟਸ ਹੈਗੇ ਨੇ, ਫਿਰ ਬਹੁਤ ਵੱਡੀ ਗਿਣਤੀ ਦੇ ਵਿੱਚ ਔਰਤਾਂ ਜਿਹੜੀਆਂ ਆ ਉਹ ਬਿਲਕੁਲ ਨੀਵੇਂ ਪੱਧਰ ਦੇ ਉੱਤੇ ਕੰਮ ਕਰ ਰਹੀਆਂ, ਜਿੱਥੇ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੁੰਦੀ। ਮੈਂ ਤੁਹਾਡੇ ਕੋਲੋਂ ਇਹ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਇੱਕ ਜਿਹੜੀ ਆਮ ਸਧਾਰਨ ਔਰਤ ਹੈਗੀ ਆ, ਉਹਦੇ ਲਈ ਇਹ ਮਸਲਾ ਕਿੰਨਾ ਕੁ ਗੰਭੀਰ ਹੈ ਤੇ ਉਹ ਕਿੰਨੀ ਕੁ ਅਵੇਅਰ ਹੋਈ ਆ ਇਹਨਾਂ ਕੁੜੀਆਂ ਦੇ ਸੜਕਾਂ ਤੇ ਆਉਣ ਤੋਂ ਬਾਅਦ।
ਨਵਜੋਤ ਇਹਨਾਂ ਦਿਨਾਂ ਦੇ ਵਿੱਚ 1 ਮਹੀਨੇ ਦੇ ਵਿੱਚ ਇਸ ਗੱਲ ਨੂੰ ਮਾਪਣਾ ਕਿ ਕਿੰਨੀ ਅਵੇਅਰ ਹੋਈ ਹੈ ਇਹ ਕਹਿਣਾ ਮੁਸ਼ਕਿਲ ਹੈ ਕਿ ਕਿੰਨੀ ਅਵੇਅਰ ਹੋਈ ਹੈ। ਪਰ ਹਰ ਇੱਕ ਔਰਤ ਦੀ ਹਮਦਰਦੀ ਉਹਨਾਂ ਕੁੜੀਆਂ ਦੇ ਨਾਲ ਹੈ, ਚਾਹੇ ਉਹ ਸੜਕ ਤੇ ਆ ਰਹੀ ਹੈ ਜਾਂ ਨਹੀਂ ਆ ਰਹੀ। ਪਹਿਲੀ ਗੱਲ ਮੈਂ ਇਹ ਦੱਸ ਦਿਆਂ ਕਿ ਇਹ ਸਾਰੇ ਸਿਸਟਮ ਦੇ ਵਿੱਚ ਇਹ ਮੁੱਦਾ ਪੋਲੀਟੀਕਲ ਸਿਸਟਮ ਦੇ ਵਿੱਚ ਇੰਨਾ ਵੱਡਾ ਨਹੀਂ ਸੀ ਜਿੰਨਾ ਇਹਨਾਂ ਨੇ ਇਸ ਨੂੰ ਅਣਦੇਖਿਆ ਕੀਤਾ। ਔਰਤਾਂ ਦੇ ਸਮਾਜਿਕ ਜ਼ਬਰ ਦੇ ਮੁੱਦੇ ਬਹੁਤ ਵੱਡੇ ਨੇ। ਇਹ ਕੁੜੀਆਂ ਦੇ ਸੰਦਰਭ ਵਿੱਚ ਦੇਖਿਆ ਜਾਵੇ ਤਾਂ ਮੁੱਦਾ ਬਹੁਤ ਵੱਡਾ ਹੈ। ਇਨਸਾਨ ਦੇ ਸੰਵਿਧਾਨਿਕ ਹੱਕਾਂ ਦੇ ਨਜ਼ਰ ਦੇ ਨਾਲ ਦੇਖਿਆ ਜਾਵੇ ਇਹ ਮੁੱਦਾ ਇੱਕ ਇਨਸਾਨੀ ਹਕੂਕ ਦਾ ਮੁੱਦਾ ਹੈ ਕਿ ਕਿਸੇ ਦੇ ਨਾਲ ਜਾਤੀ ਕੀਤੀ ਹੈ। ਪਰ ਏਡੇ ਵੱਡੇ ਪੋਲੀਟੀਕਲ ਸਿਸਟਮ ਦੇ ਵਿੱਚ ਉਸ ਬੰਦੇ ਨੂੰ ਹਟਾ ਦੇਣਾ, ਹੁਣ ਅਹੁਦੇ ਤੋਂ ਤਾਂ ਹਟਾ ਦਿੱਤਾ ਗਿਆ ਪਰ ਉਹਨੂੰ ਜਿਹੜਾ ਪੁਲਿਸ ਨੇ ਉਹਦੇ ਤੇ ਕੋਈ ਪੋਸਕੋ ਐਕਟ ਉਹਦੇ ਤੇ ਲੱਗਿਆ ਹੋਇਆ, ਜਿਹੜਾ ਸਾਡਾ ਕਾਨੂੰਨ ਹੈ ਉਹ ਇਹ ਕਹਿੰਦਾ ਹੈ ਕਿ ਜੇ ਉਸ ਤੇ ਪੋਸਕੋ ਐਕਟ ਲੱਗ ਜਾਏ ਤਾਂ ਉਸੇ ਵੇਲੇ ਤੁਰੰਤ ਗ੍ਰਿਫਤਾਰੀ ਹੁੰਦੀ ਹੈ ਤੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹਦੇ ਰਾਹੀਂ ਮੋਦੀ ਗਵਰਨਮੈਂਟ ਜਾਂ ਜਿਹੜੀ ਸੱਤਾ ਤੇ ਕਾਬਜ ਲੋਕ ਇਹ ਦੱਸਦੇ ਨੇ ਕਿ ਇਹ ਅਸੀਂ ਜੋ ਮਰ ਸਕਦੇ ਹਾਂ ਤੇ ਇਹਦੇ ਨਾਲ ਜਿਹੜਾ ਨਿਆਂ ਮਿਲਣ ਦੀ ਪ੍ਰਕਿਰਿਆ ਹੈ ਉਹ ਨੀਚਲੇ ਸਤਰ ਤੇ ਜਿਹੜੀਆਂ ਜਨ ਸਧਾਰਨ ਔਰਤਾਂ ਨੂੰ ਹੋਰ ਵੀ ਮੁਸ਼ਕਲ ਹੋ ਜਾਏਗੀ ਕਿਉਂਕਿ ਜਦੋਂ ਪੁਲਿਸ ਤੰਤਰ ਨੂੰ ਜਾਂ ਸਾਡੇ ਜਿਹੜੀਆਂ ਇੰਪਲੀਮੈਂਟਿੰਗ ਏਜੰਸੀਜ਼ ਹੈ ਜਿਹਦੇ ਵਿੱਚ ਪੁਲਿਸ ਵੱਡੀ ਹੈ ਫਿਰ ਕੋਰਟਾਂ ਨੇ, ਅਗਰ ਉਹਨਾਂ ਨੂੰ ਇਹ ਪਤਾ ਲੱਗ ਜਾਏ ਕਿ ਜੇ ਵੱਡੇ ਰਾਜ ਸੱਤਾ ਤੇ ਬੈਠੇ ਹੋਏ ਲੋਕ, ਜਿੰਨਾ ਵੱਡਾ ਇਹ ਇਸ਼ੂ ਹੋਇਆ ਇੰਟਰਨੈਸ਼ਨਲੀ ਫੇਮ ਦਾ ਇਸ਼ੂ, ਜਿਹੜੀਆਂ ਕੁੜੀਆਂ ਨੇ ਸੋਨ ਤਗਮੇ ਦਿੱਤੇ ਉਹ ਵਿਸ਼ੇਸ਼ ਨਾਗਰਿਕ ਨੇ ਸਾਡੀਆਂ, ਅਗਰ ਉਹਨਾਂ ਦੀ ਆਵਾਜ਼ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ, ਉਹਨਾਂ ਦੇ ਉੱਤੇ ਤਸ਼ੱਦਦ ਕੀਤਾ ਜਾ ਰਿਹਾ ਹੈ ਤੇ ਜਨ ਸਧਾਰਨ ਨੂੰ ਇਨਸਾਫ ਮਿਲਣਾ ਬਹੁਤ ਦੂਰ ਦੀ ਗੋਟੀ ਹੈ। ਸੋ ਇਸ ਕਰਕੇ ਤੁਸੀਂ ਇਹ ਦੇਖਿਆ ਹੋਣਾ, ਮੈਂ ਕਿਉਂਕਿ ਆਪਣੇ ਟੀਚਿੰਗ ਪ੍ਰੋਫੈਸ਼ਨ ਦੇ ਵਿੱਚ ਰਹੀ ਹਾਂ, ਮੈਨੂੰ ਉਹ ਸਾਰੀਆਂ ਕੁੜੀਆਂ ਯਾਦ ਆ ਰਹੀਆਂ ਨੇ ਕਾਲਜਾਂ ਦੀਆਂ, ਯੂਨੀਵਰਸਿਟੀ ਦੀਆਂ, ਸਪੋਰਟਸ ਦੇ ਵਿੱਚ ਜਿਹੜੀਆਂ ਸਨ ਉਹਨਾਂ ਦੇ ਨਾਲ। ਕੇਵਲ ਇਹਨਾਂ ਕੁੜੀਆਂ ਦੇ ਨਾਲ ਤਾਂ ਇੱਥੇ ਜਾਤੀ ਹੋਈ ਹੈ ਪਰ ਸਾਡੀਆਂ ਕੁੜੀਆਂ ਦੇ ਨਾਲ, ਕਿਉਂਕਿ ਪਿੱਤਰ ਸੱਤਾ ਦਾ ਹੈ, ਇੱਕ ਮਰਦ ਔਰਤ ਨੂੰ ਕਿਵੇਂ ਲੈਂਦਾ ਹੈ, ਇਹ ਕੁੜੀਆਂ ਇੱਥੋਂ ਤੱਕ ਪਹੁੰਚੀਆਂ ਪਤਾ ਨਹੀਂ ਕਿੰਨੀਆਂ ਜਾਤੀਆਂ ਤੋਂ ਬਾਅਦ। ਜਿਹੜੀਆਂ ਸਕੂਲਾਂ ਕਾਲਜਾਂ ਦੇ ਵਿੱਚ ਸਾਡੀਆਂ ਕੁੜੀਆਂ ਨੇ ਉਹ ਵੀ ਬਹੁਤ ਸਾਰੀਆਂ ਜਾਤੀਆਂ ਦਾ ਸ਼ਿਕਾਰ ਹੁੰਦੀਆਂ ਨੇ। ਸ਼ਾਇਦ ਨਵਜੋਤ ਤੁਹਾਨੂੰ ਯਾਦ ਹੋਵੇ ਹਰਿਆਣਾ ਦੇ ਵਿੱਚ ਬਹੁਤ ਪਹਿਲਾਂ ਇੱਕ ਕੁੜੀ ਨੇ ਸੁਸਾਈਡ ਕੀਤਾ ਸੀ ਜਿਹੜੀ ਬੈਡਮਿੰਟਨ ਦੀ ਵੱਡੀ ਖਿਡਾਰਨ ਸੀ ਤੇ ਡੀਜੀਪੀ ਰਠੌਰ ਸੀ ਜਿਸ ਨੇ ਉਸਦੇ ਨਾਲ ਯੌਨ ਸ਼ੋਸ਼ਣ ਕੀਤਾ ਸੀ ਤੇ ਉਹਦਾ ਕੇਸ ਵੀ ਸਹੇਲੀ ਨੇ ਲੜਿਆ ਤੇ ਉਹਨੂੰ ਆਖਰ ਤੇ ਸਜ਼ਾ ਹੋਈ। KPS ਗਿੱਲ ਦਾ ਕੇਸ ਤੁਸੀਂ ਦੇਖਿਆ ਹੋਣਾ ਕਿ ਉਸਨੇ ਕਿਸ ਤਰੀਕੇ ਨਾਲ ਰੁਪਨਾ ਦਿਓਲ ਬਜਾਜ ਜਿਹੜੀ IAS ਆਫੀਸਰ ਸੀ, ਵੱਡੇ ਅਹੁਦੇ ਤੇ ਸੀ, ਉਸਦੇ ਨਾਲ ਛੇੜਛਾੜ ਕੀਤੀ ਤੇ ਉਹਨਾਂ ਨੂੰ ਕਿਹਾ ਗਿਆ ਕਿ ਕੋਈ ਗੱਲ ਨਹੀਂ ਹੈ। ਰੁਪਨਾ ਦਿਓਲ ਬਜਾਜ ਦੇ ਨਾਲ ਮੇਰੀ ਬਰਾਬਰ ਗੱਲ ਹੁੰਦੀ ਰਹੀ ਆ ਕਾਫੀ, ਜਦੋਂ ਉਹ ਇਸ ਕੇਸ ਦੇ ਵਿੱਚ ਇਨਵੋਲਵ ਸੀਗੀ ਤਾਂ ਉਹ ਕਹਿੰਦੀ ਮੈਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਉੱਚੇ ਅਹੁਦਿਆਂ ਤੇ ਬੈਠੇ ਗਵਰਨਰ ਤੱਕ ਦੇ ਲੋਕਾਂ ਨੇ ਕਿਹਾ ਕਿ ਤੁਸੀਂ ਇਹਨੂੰ ਅਣਦੇਖਿਆ ਕਰ ਦਿਓ, ਪਰ ਉਹਨੇ ਲੜਾਈ ਲੜੀ ਔਰ ਲੜਾਈ ਜਿੱਤੀ। ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿਆਂ, ਪਿਛਲੇ ਮਹੀਨੇ ਅਸੀਂ ਸੰਦੀਪ ਸਿੰਘ ਨੇ ਇੱਕ ਕੋਚ ਕੁੜੀ ਦੇ ਨਾਲ ਜਿਹੜੀ ਘਰ ਬੁਲਾ ਕੇ ਉਸਦੇ ਕੱਪੜੇ ਫਾੜੇ ਗਏ, ਉਸਦੇ ਨਾਲ ਯੌਨ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਦੇ ਨਾਲ ਸੈਕਸੁਅਲ ਹਰਾਸਮੈਂਟ ਹੋਈ। ਉਹਦਾ ਕੇਸ ਵੀ ਜਿਹੜਾ ਉਹਦਾ ਕੇਸ ਸਾਡੇ ਧਿਆਨ 'ਚ ਹੈ ਕਿਉਂਕਿ ਉਹ ਕੁੜੀ ਨੇ FIR ਚੰਡੀਗੜ੍ਹ ਪੁਲਿਸ ਦੇ ਵਿੱਚ ਲਿਖਾਈ। ਅਸੀਂ ਉਹਦੇ ਲਈ ਫਾਈਟ ਕੀਤਾ, ਪਿਛਲੇ ਮਹੀਨੇ ਹਰਿਆਣਾ ਦੇ ਗਵਰਨਰ ਨੂੰ ਮਿਲੇ, ਫਿਰ ਲੀਡਰ ਆਫ ਆਪੋਜੀਸ਼ਨ ਨੂੰ ਮਿਲੇ। ਉਸਨੂੰ ਕੀ ਕੀਤਾ ਜਿਹੜੀ BJP ਸਰਕਾਰ, ਖੱਟਰ ਸਰਕਾਰ ਨੇ ਉਹਨੂੰ ਇੱਕ ਅਹੁਦੇ ਤੋਂ, ਸਪੋਰਟਸ ਵਾਲੇ ਅਹੁਦੇ ਤੋਂ ਤਾਂ ਹਟਾ ਦਿੱਤਾ ਗਿਆ ਸੰਦੀਪ ਸਿੰਘ ਨੂੰ, ਪਰ ਉਹਦਾ ਜਿਹੜਾ ਕੈਬਨਿਟ ਸਟੇਟਸ ਆ ਉਹ ਕਾਇਮ ਰੱਖਿਆ। ਫਿਰ ਅਸੀਂ ਡਿਮਾਂਡ ਕੀਤਾ ਕਿ ਤੁਸੀਂ ਇਹਦਾ ਨਾਰਕੋ ਟੈਸਟ ਕਰਾਓ, ਉਹ ਨਾਰਕੋ ਟੈਸਟ ਤੋਂ ਵੀ ਭੱਜ ਗਏ। ਇਹ ਜਿਹੜੀ ਸਰਕਾਰ ਹੈ ਇਹ ਤਾਨਾਸ਼ਾਹੀ ਸਰਕਾਰ ਹੈ, ਗੁੰਡਿਆਂ ਦੀ ਸਰਕਾਰ ਹੈ। ਜਦੋਂ ਵੱਡੇ ਪੱਧਰ ਤੇ, ਉੱਪਰਲੇ ਪੱਧਰ ਤੇ ਨਾ ਇਨਸਾਫੀ ਲੋਕਾਂ ਨੂੰ ਦਿਸਦੀ ਹੈ ਤੇ ਛੋਟੇ ਪੱਧਰ ਦੇ ਉੱਤੇ ਸਾਡੇ ਗ੍ਰਾਸ ਰੂਟ ਤੇ ਜਿਹੜੀਆਂ ਪਿੰਡਾਂ 'ਚ, ਜਿਹੜੀਆਂ ਬਸਤੀਆਂ ਦੇ ਵਿੱਚ, ਜਿਹੜੀਆਂ ਛੋਟੇ ਸ਼ਹਿਰਾਂ ਦੇ ਵਿੱਚ ਜਿਹੜੀਆਂ ਔਰਤਾਂ ਨਾਲ ਜਿਹੜੀ ਜਾਤੀ ਹੁੰਦੀ ਹੈ ਉਹ ਫਿਰ ਬੋਲਣਗੀਆਂ ਨਹੀਂ, ਉਹ ਆਪਣੀ ਜਾਤੀ ਸਹੀ ਜਾਣਗੀਆਂ
ਕਿਉਂਕਿ ਉਹਨਾਂ ਨੂੰ ਇਹ ਪਤਾ ਹੈ ਕਿ ਜੇਕਰ ਇਹਨਾਂ ਕੁੜੀਆਂ ਦੇ ਲਈ ਜਿੰਨਾ ਤਸ਼ੱਦਦ ਇਹਨਾਂ ਨੂੰ ਸਹਿਣਾ ਪਿਆ ਹੈ, ਇੰਨੀ ਵੱਡੀ ਸਪੋਰਟ ਵੀ ਇਹਨਾਂ ਦੇ ਨਾਲ ਸੀ, ਫਿਰ ਵੀ ਮੋਦੀ ਸਰਕਾਰ ਦੇ ਕੰਨਾਂ ਤੇ ਜੂੰ ਨਹੀਂ ਸਰਕ ਰਹੀ। ਉਹ ਇਸ ਗੱਲ ਨੂੰ ਬਿਲਕਿਸ ਬਾਨੋ ਦਾ ਕੇਸ ਲੈ ਲਓ, ਜਿਸ ਦੇ ਸਾਰੇ ਪਰਿਵਾਰ ਦਾ ਰੇਪ ਹੋਇਆ ਔਰ ਉਹਨਾਂ ਦੇ ਜਿਹੜੇ 8-9 ਜਿਹੜੇ ਉਹਦੇ ਰੇਪਿਸਟ ਸਨ, ਉਹਨਾਂ ਨੂੰ ਚੰਗਾ ਵਿਵਹਾਰ ਹੋਣ ਦੇ ਨਾਤੇ 15 ਅਗਸਤ ਨੂੰ ਪਿਛਲੀ ਨੂੰ ਛੱਡ ਦਿੱਤਾ ਗਿਆ। ਸੋ ਇਹ ਜਿਹੜੀ ਸਰਕਾਰ ਹੈ, ਤੁਸੀਂ ਉਨਾਓ ਦਾ ਕੇਸ ਦੇਖ ਲਓ, ਉਹਦਾ ਜਿਹੜਾ ਹਾਥਰਸ ਦਾ ਕੇਸ ਦੇਖ ਲਓ, ਜਾਂ ਜਿਹੜਾ ਕਠੂਆ ਦੇ ਵਿੱਚ ਜਿਹੜਾ ਹੈ ਕੇਸ ਦੇਖ ਲਓ, ਇਹ ਸਾਰੇ ਦੇ ਸਾਰੇ ਜਿਹੜੇ ਕੇਸ ਹੈ ਨੇ ਔਰ ਉਹਨਾਂ ਪ੍ਰਤੀ ਜਿਹੜਾ ਨਜ਼ਰੀਆ ਹੈ ਮੋਦੀ ਗਵਰਨਮੈਂਟ ਦਾ, ਉਹ ਇੱਕ ਔਰਤ ਨੂੰ ਭੋਗਣ ਦੀ ਵਸਤੂ ਵਾਲਾ, ਮਨੂ ਸਿਮਰਤੀ ਵਾਲਾ, ਤੇ ਨਾਲ ਦੀ ਨਾਲ ਜਿਹੜੀ ਇਹ ਹੈ ਕਿ ਔਰਤ ਜਿਹੜੀ ਘਰ ਦੇ ਅੰਦਰ ਰਹੇ, ਇਹ ਕੇਵਲ ਬੱਚੇ ਪੈਦਾ ਕਰਨ ਵਾਲੀ ਮਸ਼ੀਨ ਹੈ। ਇਹ ਇਸ ਤਰ੍ਹਾਂ ਦੇ ਨਜ਼ਰੀਏ ਦੀ ਸਰਕਾਰ ਹੈ। ਜਦੋਂ ਕਿ ਐਟ ਦਾ ਵੈਰੀ ਸੇਮ ਟਾਈਮ ਵੇਦਾਂ ਦੇ ਵਿੱਚ ਜਦੋਂ ਅਸੀਂ ਕੋਈ ਵੀ ਜਿਹੜਾ ਹੈ ਹਵਨ ਕਰਦੇ ਆ, ਉਹਦੇ ਵਿੱਚ ਇਹ ਹੈ ਜਿਹੜੀ ਵੈਦਿਕ ਸੰਸਕ੍ਰਿਤੀ ਦੇ ਵਿੱਚ ਕਿ ਜਿੰਨੀ ਦੇਰ ਤੱਕ ਉਹਦੇ ਵਿੱਚ ਔਰਤ ਸ਼ਾਮਲ ਨਹੀਂ ਹੈ ਤੇ ਉਹ ਹਵਨ ਪੂਰਨ ਨਹੀਂ ਹੁੰਦਾ। ਪਰ ਇੱਥੇ ਇੱਕ ਪਾਸੇ ਉਹ ਹਵਨ ਕਰ ਰਹੇ ਨੇ ਸੰਸਦ ਦਾ, ਦੂਜੇ ਪਾਸੇ ਸਾਡੀਆਂ ਔਰਤਾਂ ਨੂੰ ਕੁੱਟਿਆ ਜਾ ਰਿਹਾ, ਜਿਹੜੀਆਂ ਕਿ ਸਾਡੀ ਦੇਸ਼ ਦਾ ਪ੍ਰਾਈਡ ਨੇ। ਤੁਸੀਂ ਇਸ ਤੋਂ ਹੀ ਅੰਦਾਜ਼ਾ ਲਾਓ ਕਿ ਅਸੀਂ ਇੱਕ ਤਾਨਾਸ਼ਾਹੀ ਰਾਜੇ ਦੇ ਰਾਜ 'ਚ ਰਹਿ ਰਹੇ ਹਾਂ। ਇਸ ਤੋਂ ਮਤਲਬ ਮੈਂ ਤੁਹਾਨੂੰ ਸੱਚ ਦੱਸਾਂ, ਉਸ ਦਿਨ ਮੈਨੂੰ ਬੜੀ ਨਮੋਸ਼ੀ ਹੋਈ ਕਿ ਅਸੀਂ ਕਿਹੜੇ ਦੇਸ਼ 'ਚ ਰਹਿ ਰਹੇ ਹਾਂ। ਕੀ ਇਹ ਬੁੱਧ ਦਾ ਦੇਸ਼ ਹੈ? ਨਹੀਂ, ਅਸੀਂ ਉਸ ਜਿਹੜੀ ਗੁੰਡਾ ਤੰਤਰ ਵਾਲੇ ਦੇਸ਼ ਦੇ ਵਿੱਚ ਰਹਿ ਰਹੇ ਹਾਂ, ਜਿੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ। ਔਰ ਇਹ ਕਹਿਣਾ ਚਾਹੁੰਦੇ ਆ, ਇਹ ਸਾਰੇ ਪ੍ਰੋਸੈਸ ਦੇ ਵਿੱਚ ਪਿੱਛੇ ਉਹਨਾਂ ਦੀ ਭਾਵਨਾ ਇਹ ਹੈ ਕਿ ਤੁਸੀਂ ਚੁੱਪ ਕਰ ਜਾਓ, ਜ਼ੁਬਾਨ ਬੰਦ ਰੱਖੋ, ਤੁਸੀਂ ਬੋਲ ਨਹੀਂ ਸਕਦੇ, ਤੇ ਤੁਸੀਂ ਸਿਰਫ ਸਿਰ ਨਿਵਾ ਕੇ ਜਿਹੜਾ ਹੈ ਇੱਕ ਜਿਹੜਾ ਹੈ ਉਸ ਤਰੀਕੇ ਦੇ ਨਾਲ ਰਹੋ। ਤੇ ਇਹ ਆਉਣ ਵਾਲਾ ਸਮਾਂ, ਤੇ ਹੁਣ ਅਸੀਂ ਬੜੇ ਹੀ ਔਖੇ ਸਮਿਆਂ 'ਚ ਰਹਿ ਰਹੇ ਹਾਂ। ਜਦੋਂ ਅਸੀਂ ਵਰਲਡ ਵਾਈਡ ਦੇਖਦੇ ਹਾਂ ਕਿ ਹਿੰਦੁਸਤਾਨ ਨੂੰ ਜਦੋਂ ਇਹ ਕਿਹਾ ਜਾਂਦਾ ਹੈ ਕਿ ਹਿੰਦੁਸਤਾਨ ਔਰਤਾਂ ਦੇ ਰਹਿਣ ਲਈ ਕੋਈ ਵੀ ਸੁਰੱਖਿਅਤ ਥਾਂ ਨਹੀਂ ਹੈ, ਦਿੱਲੀ ਬਿਲਕੁਲ ਸੁਰੱਖਿਅਤ ਨਹੀਂ ਹੈ। ਸੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਬੜੇ ਹੀ ਵੱਡੇ ਪ੍ਰਸ਼ਨ ਪੈਦਾ ਕਰਦੀਆਂ ਨੇ। ਹਿੰਦੁਸਤਾਨ ਦਾ ਅੱਧ ਜਿਹੜਾ ਹੈ, ਔਰਤਾਂ ਜੇਕਰ ਉਹ ਰਾਤ ਨੂੰ ਨਹੀਂ ਚੱਲ ਸਕਦੀਆਂ, ਦਿਨ ਦੇ ਵਿੱਚ ਨਹੀਂ ਚੱਲ ਸਕਦੀਆਂ, ਤਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਦਾ ਲੋਕਤੰਤਰ ਹੈ, ਕਿਸ ਤਰ੍ਹਾਂ ਦਾ ਰਾਜਤੰਤਰ ਹੈ। ਸੋ ਜਿਹੜਾ ਬ੍ਰਿਜ ਭੂਸ਼ਣ ਹੈ, ਉਹਦੇ ਤੇ 40 ਕੇਸ ਚੱਲ ਰਹੇ ਨੇ। ਕੁੜੀਆਂ ਨੇ ਫਿਰ ਉਸ ਤੋਂ ਬਾਅਦ ਉਹ ਜਦੋਂ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਗੰਗਾ ਦੇ ਵਿੱਚ ਆਪਣੇ ਇਹ ਤਗਮੇ ਰੋੜ ਦਿਆਂਗੇ, ਤੇ ਉੱਥੇ ਜਿਹੜਾ ਹੈ ਰਾਕੇਸ਼ ਟਕੈਤ ਦੀ ਜਿਹੜੀ ਪਾਰਟੀ ਹੈ, ਉਸਦਾ ਭਰਾ ਨਰੇਸ਼ ਟਕੈਤ, ਇਹ ਸਭ ਪਹੁੰਚੇ ਉੱਥੇ, ਤੇ ਉਹਨਾਂ ਨੇ ਕਿਹਾ ਕਿ ਨਹੀਂ, ਅਸੀਂ ਉਹਨਾਂ ਦੇ ਲਈ ਨਹੀਂ ਹੈ, ਤੁਸੀਂ ਦੇਸ਼ ਦਾ ਮਾਣ ਹੋ, ਉਹਨਾਂ ਦੇ ਲਈ ਤੁਸੀਂ ਤਗਮੇ ਕਿਉਂ ਹੈ। ਉਹਨਾਂ ਨੇ ਮਨਾ ਕੀਤਾ ਜਾ ਕੇ, ਤੇ ਉਹਦੀ ਉਹ ਖਿੱਲੀ ਉਡਾ ਰਿਹਾ ਬ੍ਰਿਜ ਭੂਸ਼ਣ। ਤੁਸੀਂ ਇਹ ਦੇਖੋ ਕਿ ਮੋਦੀ ਗਵਰਨਮੈਂਟ ਦੀ ਔਰ ਅਮਿਤ ਸ਼ਾਹ ਦੀ ਕੀ ਮਜਬੂਰੀ ਹੈ ਕਿ ਇੱਕ ਪਾਸੇ ਕੁੜੀਆਂ ਨੂੰ ਕੁੱਟਿਆ ਜਾ ਰਿਹਾ, ਜਿਨ੍ਹਾਂ ਨੇ ਯੌਨ ਸ਼ੋਸ਼ਣ ਦੇ ਉਹਨਾਂ ਦੇ ਉੱਤੇ ਲਗਾਏ ਇਲਜ਼ਾਮ, ਤੇ ਉਹ ਸੰਸਦ ਦੇ ਵਿੱਚ ਬੈਠਾ ਸੈਲਫੀ ਖਿਚਾ ਰਿਹਾ। ਇਹ ਕਿਸ ਤਰ੍ਹਾਂ ਦਾ ਤੰਤਰ ਹੈ? ਇਹ ਕਿਸ ਤਰ੍ਹਾਂ ਦੀ ਸਰਕਾਰ ਹੈ? ਕਿਸ ਤਰ੍ਹਾਂ ਦਾ ਲੋਕਤੰਤਰ ਹੈ? ਇਹ ਸਵਾਲ ਬਹੁਤ ਉੱਠਦੇ ਆ ਕਿ ਹਾਲੇ ਤੱਕ ਉਸ ਸਰਕਾਰ ਦੀ ਕੋਈ ਟਿੱਪਣੀ ਨਹੀਂ ਆਈ, ਨਾ ਕੋਈ ਪ੍ਰਧਾਨ ਮੰਤਰੀ ਬੋਲਿਆ, ਨਾ ਕੋਈ ਗ੍ਰਹਿ ਮੰਤਰੀ ਬੋਲਿਆ। ਬਿਲਕੁਲ ਉਹ ਇਸ ਤਰ੍ਹਾਂ ਖਾਮੋਸ਼ ਨੇ ਜਿਵੇਂ ਪੂਰੀ ਤਰ੍ਹਾਂ ਉਹਨਾਂ ਨੇ ਅੱਖੋਂ ਓਹਲੇ ਕੀਤੀ ਹੋਈ ਹੈ ਇਹ ਗੱਲ। ਕਮਲਜੀਤ ਜੀ, ਦੂਸਰੀ ਚੀਜ਼ ਮੈਂ ਇਹ ਪੁੱਛਣਾ ਚਾਹੁੰਦੀ ਹਾਂ, ਜਦੋਂ ਹੁਣ ਇਹ ਮੁੱਦਾ ਹੀ ਔਰਤਾਂ ਦਾ ਹੈ, ਉਸ ਵੇਲੇ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਔਰਤਾਂ ਚੰਗੀਆਂ ਪੋਜੀਸ਼ਨਸ ਤੇ ਨੇ, ਹਾਈ ਪੋਜੀਸ਼ਨਸ ਤੇ ਬੈਠੀਆਂ ਨੇ, ਉਹ ਇਹੋ ਜਿਹੀ ਸਿਚੁਏਸ਼ਨ ਦੇ ਵਿੱਚ ਕੀ ਮਦਦ ਕਰ ਸਕਦੀਆਂ ਨੇ। ਜਿਹੜੀਆਂ ਔਰਤਾਂ ਦੀਆਂ ਜਥੇਬੰਦੀਆਂ ਉਹ ਕੀ ਕਰ ਰਹੀਆਂ ਨੇ, ਦੂਸਰੇ ਪਾਸੇ ਜਿਹੜੀਆਂ ਔਰਤਾਂ ਚਾਹੇ ਉਹ ਪੋਲਿਟਿਕਸ ਦੇ ਵਿੱਚ ਨੇ, ਚਾਹੇ ਉਹ ਬਿਊਰੋਕ੍ਰੇਸੀ ਦੇ ਵਿੱਚ ਨੇ, ਉਹਨਾਂ ਦੀ ਇਸ ਵੇਲੇ ਕੀ ਪੋਜੀਸ਼ਨ ਹੈ, ਉਹਨਾਂ ਦਾ ਕਿੰਨਾ ਕੁ ਸਾਥ ਤੁਹਾਨੂੰ ਮਿਲ ਰਿਹਾ। ਜੇ ਇਹ ਗੱਲ ਵੀ ਸਪਸ਼ਟ ਕਰ ਸਕੋ ਜ਼ਰੂਰ ਕਰੋ। ਜੀ ਨਵਜੋਤ, ਮੈਂ ਇਹ ਗੱਲ ਕਹਿਣਾ ਚਾਹਨੀ ਹਾਂ ਕਿ ਇਹ ਮੁੱਦਾ ਜਬਰ ਦਾ ਮੁੱਦਾ ਸੀ, ਜਿਸ ਤੇ ਅਬਵ ਪਾਰਟੀ ਲਾਈਨ ਸਾਰੀਆਂ ਔਰਤਾਂ ਨੂੰ ਇੱਕ ਥਾਂ ਤੇ ਇਕੱਠੇ ਹੋਣਾ ਚਾਹੀਦਾ ਸੀ। ਇਸ ਦੇ ਲਈ ਇਹਨਾਂ ਕੁੜੀਆਂ ਨੇ ਪਹਿਲਾਂ ਸਾਰੀਆਂ ਬੀਜੇਪੀ ਦੀਆਂ ਜਿਹੜੀਆਂ ਮਹਿਲਾ ਸੰਸਦ ਮੈਂਬਰ ਸਨ, ਉਹਨਾਂ ਨੂੰ ਐਪਲੀਕੇਸ਼ਨ ਦਿੱਤੀਆਂ ਕਿ ਸਾਡੇ ਨਾਲ ਇਹ ਹੋਇਆ, ਤੁਸੀਂ ਖੜੋ ਆ ਕੇ। ਸ਼ਾਇਦ ਤੁਸੀਂ ਕੱਲ ਦੀ ਵੀਡੀਓ ਮੀਨਾਕਸ਼ੀ ਲੇਖੀ ਜਿਹੜੀ ਬੀਜੇਪੀ ਦੀ MP ਹੈ,
ਉਹਦੀ ਦੇਖੀ ਹੋਏਗੀ ਜਦੋਂ ਉਹਨਾਂ ਨੂੰ ਪੱਤਰਕਾਰਾਂ ਨੇ ਪੁੱਛਿਆ ਕਿ ਜੀ ਔਰਤ ਜਿਹੜੀਆਂ ਸਾਡੀਆਂ ਮਹਿਲਾ ਕੁੜੀਆਂ ਨੇ, ਸਾਡੀਆਂ ਰੈਸਲਰ ਨੇ, ਉਹ ਬੈਠੀਆਂ, ਉਹਨਾਂ ਬਾਰੇ ਕੀ ਕਹੋਗੇ? ਤੇ ਉਹ ਦੌੜ ਰਹੀ ਹੈ, ਦੌੜੋ 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 ਕਰਕੇ। ਤੇ ਸਮ੍ਰਿਤੀ ਇਰਾਨੀ ਹੋਏ, ਜਿਹੜੀ ਨਿਰਭਇਆ ਕੇਸ ਦੇ ਵਿੱਚ ਆਪਣਾ ਕਾਂਗਰਸ ਸਰਕਾਰ ਨੂੰ ਜਿਹੜਾ ਹੈ ਕਟਹਿਰੇ 'ਚ ਖੜਾ ਕਰ ਰਹੀ ਸੀ, ਜਾਂ ਮੀਨਾਕਸ਼ੀ ਲੇਖੀ ਹੋਏ, ਜਾਂ ਇਹਨਾਂ ਦੀਆਂ ਹੋਰ ਜਿਹੜੀਆਂ ਸੰਸਦ ਮੈਂਬਰ ਨੇ, ਉਹਨਾਂ ਨੂੰ ਬਿਯੋਂਡ ਪਾਰਟੀ ਲਾਈਨ ਇਸ ਗੱਲ ਤੇ ਆਉਣਾ ਚਾਹੀਦਾ ਸੀ, ਪਰ ਅਫਸੋਸ ਦੀ ਗੱਲ ਹੈ ਕਿ ਉਹ ਨਹੀਂ ਆਈਆਂ। ਪਰ ਜਿੰਨੀਆਂ ਵੀ ਵੂਮਨ ਆਰਗੇਨਾਈਜੇਸ਼ਨ ਨੇ, ਉਹ ਸਾਰੀਆਂ ਨੇ ਇਹਨਾਂ ਦੇ ਨਾਲ ਨੇ। ਜਿਸ ਤਰ੍ਹਾਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ 19 ਮਈ ਤੋਂ ਲੈ ਕੇ 21 ਮਈ ਤੱਕ ਮੈਂ 3 ਦਿਨ ਫਿਰ ਉੱਥੇ ਸੀ। ਉਹ 3 ਦਿਨ ਦੀ ਕਾਲ ਸੀ ਸਾਡੀ ਕਿ ਅਸੀਂ ਮਹਿਲਾ ਜਿਹੜੀਆਂ ਰੈਸਲਰ ਨੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਸੰਸਦ ਮਾਰਗ ਤੇ ਡਿਮੋਨਸਟ੍ਰੇਸ਼ਨ ਵੀ ਕੀਤਾ, ਇੱਕ ਰੈਲੀ ਵੀ ਕੀਤੀ। ਫਿਰ ਉੱਥੇ ਜਾ ਕੇ 3 ਦਿਨ ਅਸੀਂ ਡਿਸਟ੍ਰਿਕਟ ਹੈੱਡਕੁਆਟਰ ਤੇ ਸਾਰੀਆਂ ਮਹਿਲਾ ਆਰਗੇਨਾਈਜੇਸ਼ਨ ਨੇ ਧਰਨੇ ਮੁਜ਼ਾਹਰੇ ਕੀਤੇ। ਅੱਜ ਵੀ ਅਸੀਂ ਇਹ ਇੱਕ ਕਾਲ ਦਿੱਤੀ ਹੈ, ਜਿੱਥੇ ਵੀ ਤੁਸੀਂ ਹੋ, ਚਾਹੇ ਥੋੜੀ ਗਿਣਤੀ 'ਚ ਹੋ ਜਾਂ ਵੱਡੀ ਗਿਣਤੀ 'ਚ ਹੋ, ਤੁਸੀਂ ਘੱਟੋ ਘੱਟ ਰੋਸ ਪ੍ਰਦਰਸ਼ਨ ਕਰੋ। ਇਸੇ ਤਰ੍ਹਾਂ 13 ਤਾਰੀਖ ਨੂੰ ਅਸੀਂ ਭਾਰਤੀ ਮਹਿਲਾ ਵੱਲੋਂ ਤੇ ਹੋਰ ਆਰਗੇਨਾਈਜ਼ ਸਿਵਲ ਸੁਸਾਇਟੀਜ਼ ਵੱਲੋਂ ਚੰਡੀਗੜ੍ਹ ਦੇ ਵਿੱਚ ਅਸੀਂ ਇੱਕ ਵੱਡਾ ਰੋਸ ਪ੍ਰਦਰਸ਼ਨ ਕੀਤਾ ਸੀ। ਹੁਣ 5 ਤਾਰੀਖ ਨੂੰ ਇੱਕ ਵੱਡੀ ਜਿਹੜੀ ਕਾਲ ਹੈ, ਪਰ ਜਦੋਂ ਇਹ ਅਸੀਂ ਸਮਾਜਿਕ ਜ਼ਬਰ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਸਾਰੀਆਂ ਔਰਤਾਂ ਨੂੰ ਸ਼ਾਮਲ ਹੋਣਾ ਚਾਹੀਦਾ ਹੈ, ਕਿਉਂਕਿ ਇਹ ਮੁੱਦਾ ਪੋਲੀਟੀਕਲ ਪਾਰਟੀ ਦਾ ਨਹੀਂ, ਹਰ ਇੱਕ ਪੋਲੀਟੀਕਲ ਪਾਰਟੀ ਦੇ ਵਿੱਚ ਮਰਦ ਸੱਤਾ ਵਾਲੇ ਔਰ ਪੈਟਰੀਆਰਕਲ ਮਾਈਂਡਸੈਟ ਵਾਲੇ ਲੋਕ ਬੈਠੇ ਆ, ਔਰ ਹਰ ਪਾਰਟੀ ਦੇ ਵਿੱਚ ਇਸ ਤਰ੍ਹਾਂ ਦੀਆਂ ਦੇ ਲੋਕਾਂ ਦੀ ਭਰਮਾਰ ਹੈ, ਜਿਹੜੇ ਮਾਨਸਿਕ ਰੋਗੀ ਨੇ। ਸੋ ਸੱਤਾ ਤੇ ਕਾਬਜ਼ ਜਿਹੜੇ ਲੋਕ ਨੇ, ਉਹ ਕਿਸ ਤਰੀਕੇ ਦੇ ਨਾਲ ਆਪਣੀ ਸੱਤਾ ਦੀ ਦੁਰਵਰਤੋਂ ਕਰਦੇ ਨੇ ਔਰ ਕਿਸ ਤਰੀਕੇ ਨਾਲ ਐਕਸਪਲੋਇਟ ਕਰਦੇ ਨੇ ਔਰਤਾਂ ਨੂੰ। ਇਹ ਮੁੱਦਾ ਬਿਯੋਂਡ ਪਾਰਟੀ ਲਾਈਨ ਸੋਚਣ ਵਾਲਾ ਹੈ। ਸੋ ਇਸ ਕਰਕੇ ਮੈਂ ਚਾਹਾਂਗੀ, ਸਾਡੀ ਜਿਹੜੀ ਇੱਕ ਆਰਗੇਨਾਈਜੇਸ਼ਨ ਹੈ ਜਿਸ ਦੀ ਮੈਂ ਸਕੱਤਰ ਹਾਂ, ਨੈਸ਼ਨਲ ਸੈਕਟਰੀ ਹਾਂ, ਅਸੀਂ 4 ਤਰੀਕ ਨੂੰ ਵੂਮਨ ਰੈਸਲਰਸ ਦੇ ਹੱਕ ਦੇ ਵਿੱਚ ਇੱਕ ਸੋਲੀਡੈਰਿਟੀ ਟੂ ਦਾ ਵੂਮਨ ਰੈਸਲਰਸ ਇੱਕ ਕਨਵੈਨਸ਼ਨ ਕਰਨ ਜਾ ਰਹੇ ਹਾਂ। ਤੇ ਹੁਣ ਇਹ ਮੁੱਦਾ ਜਿਹੜਾ ਹੈ, ਇਹ ਕੇਵਲ ਰੈਸਲਰ ਦਾ ਨਹੀਂ ਰਹਿ ਗਿਆ, ਇਹ ਸਮਾਜਿਕ ਮੁੱਦਾ ਔਰ ਜਿਹੜਾ ਸਾਡੀਆਂ ਔਰਤਾਂ ਨਾਲ ਯੌਨ ਸ਼ੋਸ਼ਣ ਦਾ, ਔਰਤਾਂ ਨਾਲ ਜਿਹੜੀ ਸਾਡੀ ਵਾਇਲੈਂਸ ਜਿਹੜੀ ਅਗੇਂਸਟ ਵੂਮਨ ਹੈ, ਉਸ ਦਾ ਮੁੱਦਾ ਬਣ ਗਿਆ ਹੈ। ਔਰ ਇਸ ਨੂੰ ਸਾਨੂੰ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਲੈਣਾ ਪਏਗਾ। ਔਰ ਅਸੀਂ ਅਪੀਲ ਕਰਦੇ ਹਾਂ ਸਾਰੀਆਂ ਔਰਤਾਂ ਨੂੰ ਕਿ ਜਿਸ ਵੀ ਔਰਤ ਦੇ ਨਾਲ ਜਾਤੀ ਹੁੰਦੀ ਹੈ, ਉਹ ਆ ਕੇ ਘੱਟੋ ਘੱਟ ਆਪਣੀ ਚੁੱਪੀ ਤਾਂ ਤੋੜੇ। ਅੱਛਾ, ਹੁਣ ਇਹਨਾਂ ਸਾਰੀਆਂ ਗੱਲਾਂ ਦੇ ਦੌਰਾਨ ਇੱਕ ਗੱਲ ਹੋਰ ਉੱਠ ਕੇ ਸਾਹਮਣੇ ਆ ਰਹੀ ਹੈ। ਮੇਰੀ ਇੱਥੇ ਹੀ ਗੱਲ ਹੋ ਰਹੀ ਸੀ ਕੈਨੇਡਾ ਦੇ ਵਿੱਚ ਹੀ। ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਕਿ ਅਸੀਂ ਇਸ ਮੁੱਦੇ ਦੇ ਉੱਤੇ ਆਵਾਜ਼ ਆਪਣੀ ਬੁਲੰਦ ਕਰੀਏ, ਸੁਨੇਹਾ ਇੱਕ ਜ਼ਰੂਰ ਜਿਹੜਾ ਅਗਾਂਹ ਤੋਰੀਏ, ਤੇ ਇਹ ਭਾਰਤ ਸਰਕਾਰ ਦੇ ਕੰਨਾਂ ਤੱਕ ਵੀ ਉਹ ਗੱਲ ਪਹੁੰਚਣੀ ਚਾਹੀਦੀ ਆ। ਬੇਸ਼ੱਕ ਥੋੜ੍ਹੇ ਦਿਨ ਪਹਿਲਾਂ ਹੀ ਬ੍ਰਿਜ ਭੂਸ਼ਣ ਨੇ ਆਪਣੇ ਮੂੰਹੋਂ ਹੀ ਇਹ ਗੱਲ ਕਹੀ ਸੀ, ਜਿਸ ਵੇਲੇ ਸਾਕਸ਼ੀ ਮਲਿਕ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਮਿਲ ਕੇ ਆਈ ਹੈ ਤੇ ਉਹਨਾਂ ਨੇ ਸਪੋਰਟ ਦੇਣ ਦਾ ਭਰੋਸਾ ਦਿਵਾਇਆ। ਉਸ ਤੋਂ ਬਾਅਦ ਬ੍ਰਿਜ ਭੂਸ਼ਣ ਉਹਨਾਂ ਦਾ ਇਹ ਆਪਣਾ ਬਿਆਨ ਸੀ ਕਿ ਲਓ ਜੀ, ਹੁਣ ਇਹ ਮੁੱਦਾ ਪੰਜਾਬ ਪਹੁੰਚ ਗਿਆ, ਫਿਰ ਇਹ ਖਾਲਿਸਤਾਨ ਪਹੁੰਚ ਜਾਊਗਾ, ਫਿਰ ਇਹ ਕੈਨੇਡਾ ਪਹੁੰਚੂਗਾ। ਜੇ ਉਹਨਾਂ ਨੂੰ ਇਸੇ ਤਰ੍ਹਾਂ ਲੱਗਦਾ, ਇਸੇ ਤਰ੍ਹਾਂ ਸਹੀ, ਪਰ ਇਸ ਮੁੱਦੇ ਨੂੰ ਹੁਣ ਮੈਨੂੰ ਲੱਗਦਾ ਕਿ ਦਬਾਇਆ ਨਹੀਂ ਜਾ ਸਕਦਾ। ਪਰ ਜਿਹੜਾ ਇਹਦੇ ਵਿੱਚ ਇੱਕ ਡਰ ਪ੍ਰਗਟ ਕੀਤਾ ਜਾ ਰਿਹਾ ਕਿ ਇਸ ਮੁੱਦੇ ਦਾ ਜਿਹੜਾ ਰਾਜਨੀਤੀਕਰਨ ਹੋਣ ਦਾ ਡਰ ਹੈ, ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਾਂ ਪੋਲੀਟੀਸ਼ੀਅਨਸ ਹੋ ਸਕਦਾ ਹੈ ਕਿ ਇਸ ਮੁੱਦੇ ਨੂੰ ਹੱਥ ਪਾ ਕੇ ਜਾਂ ਕੁੜੀਆਂ ਨੂੰ ਸਮਰਥਨ ਦੇ ਕੇ ਕਿਸੇ ਤਰ੍ਹਾਂ ਦਾ ਪੋਲੀਟੀਕਲ ਲਾਹਾ ਖੱਟਣ ਦੀ ਕੋਸ਼ਿਸ਼ ਕਰਨ। ਤੁਹਾਨੂੰ ਕੀ ਪ੍ਰਤੀਤ ਹੁੰਦਾ ਇਹਦੇ ਬਾਰੇ? ਨਵਜੋਤ, ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਵੀ ਪੋਲੀਟੀਕਲ ਪਾਰਟੀ ਆਏਗੀ ਔਰਤਾਂ ਦੇ ਇਸ ਮੁੱਦੇ ਦੇ ਨਾਲ ਸਮਰਥਨ ਦੇ ਵਿੱਚ, ਪਹਿਲੀ ਗੱਲ ਤਾਂ ਇਹ ਹੈ, ਰਾਜਨੀਤਿਕ ਮੁੱਦਾ ਅਗਰ ਨਹੀਂ ਹੁੰਦਾ ਤੇ ਬ੍ਰਿਜ ਭੂਸ਼ਣ ਨੂੰ ਉਸੇ ਵੇਲੇ ਗ੍ਰਿਫਤਾਰ ਕਰਕੇ ਉਹਦੇ ਤੇ ਪੋਸਕੋ ਐਕਟ ਲੱਗਾ ਹੋਇਆ ਹੈ। ਮੈਂ ਖੁਦ 3-4 ਕੁੜੀਆਂ ਦੇ ਜਿਹੜੇ ਐਫੀਡੈਵਿਟ ਦੇਖੇ ਆ, 7 ਕੁੜੀਆਂ ਨੇ ਐਫੀਡੈਵਿਟ ਦਿੱਤਾ ਹੈ ਕਿ ਸਾਡੇ ਨਾਲ ਇਹ ਯੌਨ ਸ਼ੋਸ਼ਣ ਹੋਇਆ। ਤੇ ਦੂਸਰੀ ਗੱਲ ਇਹ ਹੈ ਕਿ ਇਹ ਪੋਲੀਟੀਕਲ ਮੁੱਦਾ ਤੇ ਅਸਨੂੰ ਰਾਜਨੀਤੀਕਰਨ ਹੋਣਾ ਇੱਕ ਵੱਖਰੀ ਗੱਲ ਹੈ, ਪੋਲੀਟੀਕਲ ਮੁੱਦਾ ਰਾਜਨੀਤਿਕ ਮੁੱਦਾ ਹੋਣਾ ਵੱਖਰੀ ਗੱਲ ਹੈ। ਕਿਉਂਕਿ ਰਾਜਨੀਤਿਕ ਲੋਕ ਜੇਕਰ ਆਉਂਦੇ ਨੇ, ਉਹ ਸਮਾਜਿਕ ਜ਼ਬਰ ਦੇ ਖਿਲਾਫ ਉਸ ਮੁੱਦੇ ਦੇ ਨਾਲ ਆਪਣੇ ਆਪ ਨੂੰ ਜੋੜਨਗੇ। ਤੇ ਇਹ ਤਾਂ ਫਿਰ ਜਿਹੜੀ ਰਾਜ ਸੱਤਾ ਤੇ ਬੀਜੇਪੀ ਇਹ ਕਹੇਗੀ ਜੀ ਰਾਜਨੀਤੀਕਰਨ ਹੋ ਰਿਹਾ।
ਪਰ ਗੱਲ ਇਹ ਹੈ ਕਿ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੇ ਵੀ ਬੇਇਨਸਾਫੀ ਦੇ ਖਿਲਾਫ ਖੜੇ ਹੋਣਾ ਚਾਹੁੰਦੇ ਨੇ ਉਹਨਾਂ ਨੂੰ ਕੁੜੀਆਂ ਦੇ ਨਾਲ, ਸਾਡੀਆਂ ਧੀਆਂ ਦੇ ਨਾਲ ਖੜੇ ਹੋਣਾ ਚਾਹੀਦਾ। ਦੂਸਰੀ ਗੱਲ ਮੈਂ ਜਿਹੜੀ ਇੱਥੇ ਦਰਜ ਕਰਨਾ ਚਾਹਨੀ ਆ ਕਿ ਅਸੀਂ 4 ਤਾਰੀਖ ਨੂੰ ਨੈਸ਼ਨਲ ਪੱਧਰ ਦੀ ਜਿਹੜਾ ਹੈ ਨੈਸ਼ਨਲ ਜਿਹੜਾ ਸਾਡਾ ਕਨਵੈਨਸ਼ਨ ਸੈਂਟਰ ਹੈ, ਕਨਸਟੀਟਿਊਸ਼ਨ ਕਲੱਬ ਹੈ, ਉਹਦੇ ਚ ਇੱਕ ਵੱਡਾ 500-600 ਔਰਤਾਂ ਦਾ ਇਕੱਠ, ਸਾਰੇ ਹਿੰਦੁਸਤਾਨ ਚ ਔਰਤਾਂ ਇਕੱਠੀਆਂ ਹੋ ਰਹੀਆਂ। ਅਸੀਂ ਉਹਦੇ ਵਿੱਚ ਔਰ ਉਹਨਾਂ ਦੇ ਨਾਲ ਸੋਲੀਡੈਰਿਟੀ ਤਾਂ ਕਰਾਂਗੇ, ਪਰ ਜਿਹੜਾ ਅਗਲਾ ਸਟੈਪ ਹੈ ਔਰਤਾਂ ਦੇ ਜਿਹੜੇ ਦੇ ਮੁੱਦਿਆਂ ਦਾ, ਖਾਸ ਕਰਕੇ ਔਰਤਾਂ ਦੀ ਸੈਂਕਟਿਟੀ ਦਾ, ਔਰਤਾਂ ਦੇ ਸਵੈਮਾਣ ਦਾ, ਔਰਤਾਂ ਦੇ ਇੱਕ ਇਨਸਾਨੀ ਹਕੂਕ ਦਾ, ਉਸ ਮੁੱਦੇ ਨੂੰ ਵੀ ਅਸੀਂ ਅੱਗੇ ਨਾਲ ਜੋੜਨ ਜਾ ਰਹੇ ਹਾਂ। ਤੇ ਇਹ ਹੁਣ ਅਗਲੇ ਸਟੈਪ ਦੇ ਉੱਤੇ ਜਿਹੜੀ ਗੱਲ ਪਹੁੰਚੀ ਹੈ ਕਿ ਹੁਣ ਗੱਲ ਇੱਥੇ ਖੜੀ ਨਹੀਂ ਰਹਿਣੀ, ਕਿਉਂਕਿ ਔਰਤਾਂ ਨਾਲ ਕੇਵਲ ਸਪੋਰਟਸ ਦੇ ਵਿੱਚ ਨਹੀਂ, ਪੁਲਿਸ ਦੇ ਵਿੱਚ ਵੀ ਬੜੀ ਜਿਹੜੀ ਹੈ ਜਾਤੀ ਹੁੰਦੀ ਹੈ। ਮੇਰੇ ਕੋਲ ਬੜੇ ਕੇਸ ਆਏ ਨੇ ਕਿ ਜਿਹੜੀਆਂ ਈਵਨ ਕਿ ਮਿਲਟਰੀ ਦੇ ਵਿੱਚ, ਜਿਹੜੀ ਪੈਰਾਮਿਲਟਰੀ ਦੇ ਵਿੱਚ ਸਾਡੇ ਇੱਕ ਕ੍ਰਿਸ਼ਨਾਜੀਤ ਲੇਡੀ ਸੀ, ਵੱਡੇ ਉਹਦੇ ਤੇ ਸੀ, ਉਹਦੇ ਨਾਲ ਇੱਕ ਛੋਟੇ ਕਾਂਸਟੇਬਲ ਨੇ ਰਾਤ ਨੂੰ ਜਾਤੀ ਕੀਤੀ ਤੇ ਉਹਨੇ ਫਿਰ ਅਸਤੀਫਾ ਦਿੱਤਾ, ਉਹਨੇ ਲੜਾਈ ਲੜੀ। ਸੋ ਇਹਦੇ ਨਾਲ ਸਪੋਰਟਸ ਦੇ ਵਿੱਚ ਤਾਂ ਬਹੁਤ ਸਾਰੀਆਂ ਕੁੜੀਆਂ ਦੇ ਨਾਲ ਜਾਤੀਆਂ ਹੁੰਦੀਆਂ ਨੇ। ਪਿਛਲੇ ਹੀ ਜਿਹੜਾ ਹੈ ਸਾਲ ਦੇ ਵਿੱਚ ਮੇਰੇ ਕੋਲ ਇੱਕ ਕੇਸ ਆਇਆ, ਜਿਹੜੀ ਟੈਨਿਸ ਖਿਡਾਰਨ ਸੀ। ਮਤਲਬ ਇਹ ਇੱਕਾ ਦੁੱਕਾ ਘਟਨਾਵਾਂ ਨਹੀਂ ਹੈ, ਇਹ ਸਾਡੀ ਮਾਨਸਿਕਤਾ ਹੈ ਜਿਹੜੀ ਔਰਤ ਨੂੰ ਦੁਜੈਲਾ, ਭੋਗਣ ਦੀ ਵਸਤੂ ਔਰ ਇੱਕ ਸੈਕਸ ਸਿੰਬਲ ਦੇ ਤੌਰ ਤੇ ਜਿਹੜੀ ਹੈ ਉਹ ਲੈਂਦੀ ਹੈ। ਤੇ ਨਾਲ ਦੀ ਨਾਲ ਪ੍ਰਧਾਨ ਜਿਹੜੀ ਮਰਦ ਸੱਤਾ ਹੈ ਉਹ ਇਹ ਸਾਡੇ ਸੋਸ਼ਲ ਫੈਬਰਿਕ ਦੇ ਵਿੱਚ ਔਰ ਖਾਸ ਕਰਕੇ ਕਲਚਰਲ ਜਿਹੜੀਆਂ ਸਾਡੀਆਂ ਪੁਰਾਤਨ ਜਿਹੜੀਆਂ ਸਾਡੀਆਂ ਰਵਾਇਤਾਂ ਨੇ ਉਹਦੇ ਵਿੱਚ ਔਰਤ ਨੂੰ ਨੀਵਾਂ, ਨਤਾਣਾ ਸਮਝਿਆ ਗਿਆ। ਹੁਣ ਤੁਸੀਂ ਇਹ ਦੇਖੋ, ਅਸੀਂ ਕਹਿੰਦੇ ਰੈਸਲਰ ਤਾਂ ਬਹੁਤ ਪਾਵਰਫੁਲ ਹੁੰਦਾ ਹੈ, ਪਰ ਉਹ ਕਿਹੜੀ ਮਾਨਸਿਕਤਾ ਹੈ ਜਿਹੜੀ ਉਸ ਔਰਤ ਦੇ ਨਾਲ ਯੌਨ ਸ਼ੋਸ਼ਣ ਕਰਨ ਤੱਕ ਚਲੀ ਜਾਂਦੀ ਹੈ। ਸੋ ਉਸ ਮਾਨਸਿਕਤਾ ਨੂੰ ਵੀ ਸਾਨੂੰ ਐਡਰੈਸ ਕਰਨਾ ਪੈਣਾ ਹੈ। ਸੋ ਇਹ ਲੜਾਈ ਛੋਟੀ ਨਹੀਂ ਹੈ, ਬਹੁਤ ਵੱਡੀ ਲੜਾਈ ਹੈ। ਤੇ ਇਹ ਲੜਾਈਆਂ, ਜਿਸ ਮੈਂ ਤੁਹਾਨੂੰ ਕਿਹਾ ਕਿ ਜਦੋਂ ਭਾਂਬਰੀ ਦੇਵੀ ਦੇ ਨਾਲ ਜਿਹੜਾ ਹੈ ਸੈਕਸੁਅਲ ਹਰਾਸਮੈਂਟ ਹੋਈ 1992 ਦੇ ਵਿੱਚ, ਉਸ ਤੋਂ ਬਾਅਦ ਸਾਰੀਆਂ ਵੂਮਨ ਆਰਗੇਨਾਈਜੇਸ਼ਨ ਨੇ ਇਕੱਠੇ ਹੋ ਕੇ ਉਹਦਾ ਕੇਸ ਪਾਇਆ, ਆਪਣਾ ਟ੍ਰਾਇਲ ਕੋਰਟ ਦੇ ਵਿੱਚ ਗਿਆ, ਫਿਰ ਹਾਈ ਕੋਰਟ ਚ ਗਿਆ। ਤੇ 1992 ਤੋਂ ਬਾਅਦ 93-94 ਦੇ ਜਸਟਿਸ ਵਰਮਾ ਸਨ, ਜਿਨ੍ਹਾਂ ਨੇ ਫਿਰ ਇਹਦੇ ਲਈ ਕੁਝ ਰੂਲਸ ਬਣਾਏ, ਸੈਕਸੁਅਲ ਹਰਾਸਮੈਂਟ ਐਟ ਵਰਕ ਪਲੇਸ। ਤੇ ਫਿਰ ਵਿਸ਼ਾਖਾ ਇੱਕ ਸਾਡੀ ਐਡਵੋਕੇਟ ਸੀ, ਉਸ ਦੇ ਰਾਹੀਂ ਅਸਾਈਲ ਕੀਤਾ ਸੀ। ਸਾਡੀ ਆਰਗੇਨਾਈਜੇਸ਼ਨ ਵੀ ਸੀ, 3-4 ਆਰਗੇਨਾਈਜੇਸ਼ਨ ਹੋਰ ਸੀ, PUCL ਇੱਕ ਆਰਗੇਨਾਈਜੇਸ਼ਨ ਹੈ, ਉਹ ਵੀ ਇੱਕ ਮੋਹਰੀ ਭੂਮਿਕਾ ਅਦਾ ਕਰ ਰਹੀ ਸੀ। ਤਾਂ ਉਹਦੇ ਲਈ ਫਿਰ ਇੱਕ ਉਹ ਜੱਜਮੈਂਟ ਜਦੋਂ ਆਈ ਤੇ ਉਹ ਵਿਸ਼ਾਖਾ ਜੱਜਮੈਂਟ ਦੇ ਨਾਲ ਮਸ਼ਹੂਰ ਹੋਈ, ਔਰ ਉਸੇ ਜੱਜਮੈਂਟ ਨੂੰ ਰੀਫਰੇਮ ਕੀਤਾ ਜਦੋਂ ਨਿਰਭਇਆ ਦੇ ਨਾਲ ਜਿਹੜੀ ਹੈ ਰੇਪ ਹੋਇਆ ਬੱਸ ਦੇ ਵਿੱਚ। ਉਦੋਂ ਵੀ ਸਾਡੇ ਉਹੀ ਜਸਟਿਸ ਵਰਮਾ ਸਨ ਜਿਨ੍ਹਾਂ ਨੇ ਉਹਨਾਂ ਰੂਲਸ ਨੂੰ ਰੀਫਰੇਮ ਕੀਤਾ। ਮੈਂ ਕਹਿਣਾ ਇਹ ਚਾਹਨੀ ਆ ਕਿ ਇਸ ਕੇਸ ਦੇ ਵਿੱਚ ਵੀ ਸਾਡੇ ਕੋਲੇ ਰੂਲਸ ਹੈ ਨਹੀਂ, ਸਾਡੇ ਕੋਲੇ ਸਾਰੇ ਸੰਵਿਧਾਨਿਕ ਕਾਨੂੰਨ ਨੇ ਜਿਹਦੇ ਰਾਹੀਂ ਬ੍ਰਿਜ ਭੂਸ਼ਣ ਨੂੰ ਇੱਕ ਸਧਾਰਨ ਨਾਗਰਿਕ ਹੋਣ ਦੇ ਨਾਤੇ ਉਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਸੀ। ਪਰ ਕਿਉਂਕਿ ਉਹ ਰਾਜ ਸੱਤਾ ਦਾ ਇੱਕ ਪੁਰਜਾ ਹੈ, ਉਹਦੇ ਰਾਹੀਂ ਉਹ ਇੱਕ ਜਾਤ ਬਰਾਦਰੀ ਨੂੰ ਆਧਾਰ ਬਣਾ ਕੇ ਯੂਪੀ ਦੇ ਵਿੱਚ ਉਹ 5-7 ਸੀਟਾਂ ਜਿਹੜੀਆਂ ਹੈ ਉਹ ਬੀਜੇਪੀ ਨੂੰ ਜਿਤਾ ਸਕਣ ਦੀ ਉਹ ਕਹਿੰਦੇ ਸਮਰੱਥਾ ਹੈ। ਤੇ ਇਸ ਕਰਕੇ ਉਹ ਬੀਜੇਪੀ ਇਨਡਾਇਰੈਕਟ ਵੇ ਦੇ ਨਾਲ ਪੁਲਿਸ ਨੂੰ ਆਪਣੇ ਕੰਟਰੋਲ ਵਿੱਚ ਲੈ ਕੇ ਉਹਦੇ ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਸੋ ਇਸ ਕਰਕੇ ਮੈਂ ਇਹ ਚਾਹਨੀ ਆ ਕਿ ਜਿਹੜਾ ਸਾਡਾ ਕਾਨੂੰਨ ਹੈ, ਅਗਰ ਇੰਪਲੀਮੈਂਟਿੰਗ ਏਜੰਸੀਜ਼ ਇਹਨਾਂ ਕੁੜੀਆਂ ਨੇ ਜਿਹੜੀ ਸਾਡੀ ਇੰਡੀਆ ਦੀ ਵੂਮਨ ਕਮਿਸ਼ਨ ਹੈ, ਰੇਖਾ ਸ਼ਰਮਾ, ਸਵਾਤੀ ਮਾਲੀਵਾਲ ਜਿਹੜੀ ਦਿੱਲੀ ਦੀ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੈ, ਸਭ ਨੂੰ ਉਹਨਾਂ ਨੇ ਐਪਲੀਕੇਸ਼ਨ ਦਿੱਤੀਆਂ, ਕਿਸੇ ਨੇ ਉਹਦੇ ਉੱਤੇ ਕੌਗਨੀਜੈਂਸ ਨਹੀਂ ਲਿਆ। ਸਵਾਤੀ ਮਾਲੀਵਾਲ ਨੇ ਲਿਆ, ਪਰ ਉਹਨੂੰ ਖੁਦ ਨੂੰ ਚੱਕ ਕੇ ਜਿਹੜਾ ਹੈ ਉਹਦੇ ਨਾਲ ਬੇਇੱਜ਼ਤੀ ਕੀਤੀ ਗਈ। ਪੁਲਿਸ ਸਾਡੀ ਹੈ ਸਮਾਜਿਕ ਜ਼ਬਰ ਦੇ ਜਿਹੜੇ ਕੇਸਿਸ ਆ ਉਹਦੇ ਵਿੱਚ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ, ਪਰ ਕਿਉਂਕਿ ਰਾਜ ਸੱਤਾ ਜਿਹੜੀ ਹੈ ਉਹਨੂੰ ਕੰਟਰੋਲ ਕਰ ਰਹੀ ਹੈ ਤੇ ਪੁਲਿਸ ਕੋਲੇ ਕੋਈ ਵੀ ਆਨਸਰ ਨਹੀਂ ਹੈ ਕਿ ਉਹਨੇ ਪੋਸਕੋ ਐਕਟ ਲੱਗਿਆ ਹੋਵੇ ਕਿਸੇ ਬੰਦੇ ਦੇ ਉੱਤੇ ਤੇ ਉਹਨੂੰ ਗ੍ਰਿਫਤਾਰ ਨਾ ਕੀਤਾ ਹੋਵੇ। ਔਰ ਜਿਹੜੀ FIR ਵੀ ਹੋਈ ਹੈ ਉਹ ਸੁਪਰੀਮ ਕੋਰਟ ਦੇ ਦਖਲ ਤੋਂ ਬਾਅਦ ਹੋਈ ਹੈ। ਸੋ ਇਸ ਕਰਕੇ
ਜਨ ਸਧਾਰਨ ਬੜਾ ਹੀ ਹੈਲਪਲੈਸ ਮਹਿਸੂਸ ਕਰ ਰਿਹਾ ਕਿ ਜਿੰਨੀ ਇੰਨੀਆਂ ਵੱਡੀਆਂ ਸਾਡੀਆਂ ਕੁੜੀਆਂ ਜਿਹੜੀਆਂ ਮਾਣ ਨੇ ਦੇਸ਼ ਦਾ, ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਤੇ ਜਨ ਸਧਾਰਨ ਦੀ ਗੱਲ ਕਿਵੇਂ ਸੁਣੀ ਜਾਏਗੀ। ਸੋ ਇਸ ਕਰਕੇ ਮੈਂ ਇਹ ਕਹਿਣਾ ਚਾਹਨੀ ਆ ਕਿ ਸਾਡੇ ਕੋਲੇ ਲੜਨ ਤੋਂ ਬਿਨਾ ਕੋਈ ਗੁਜ਼ਾਰਾ ਹੀ ਨਹੀਂ ਹੈ। ਲੜਨਾ ਤਾਂ ਪਏਗਾ ਹੀ। ਅਸੀਂ ਜਿਹੜਾ ਹੈ ਲੜੇ ਕਿਉਂ ਨਹੀਂ, ਹੁਣ ਤੱਕ ਲੜੇ ਕਿਉਂ ਨਹੀਂ, ਤੇ ਲੜਨਾ ਤਾਂ ਪਏਗਾ ਹੀ। ਘੱਟੋ ਘੱਟ ਅਸੀਂ ਇੱਕ ਆਪਣਾ ਜਿਹੜਾ ਇੱਕ ਕਨਸਟੀਟਿਊਸ਼ਨ ਹੱਕ ਹੈ, ਉਹਦੇ ਲਈ ਮੈਂ ਸਾਰੀਆਂ ਔਰਤਾਂ ਨੂੰ ਅਪੀਲ ਕਰਦੀ ਹਾਂ ਕਿ ਉਹ ਸਾਰੀਆਂ ਸ਼ਰਮਾਂ ਲਾ ਕੇ, ਜੇਕਰ ਉਹ ਜਿਹੜਾ ਬ੍ਰਿਜ ਭੂਸ਼ਣ ਹੈ ਉਹ ਜਿਸਨੇ ਯੌਨ ਸ਼ੋਸ਼ਣ ਕੀਤਾ ਉਸਨੂੰ ਕੋਈ ਸ਼ਰਮ ਨਹੀਂ ਹੈ, ਪਰ ਜਿਹੜੀਆਂ ਔਰਤਾਂ ਨਾਲ ਯੌਨ ਸ਼ੋਸ਼ਣ ਹੋਇਆ ਹੈ ਉਹਨਾਂ ਨੂੰ ਸ਼ਰਮ ਨਹੀਂ ਹੋਣੀ ਚਾਹੀਦੀ। ਸਗੋਂ ਜਿਹੜਾ ਬੰਦੇ ਨੇ ਗਲਤ ਕੀਤਾ ਹੈ ਉਸਨੂੰ ਸਾਨੂੰ ਚੁਰਾਹੇ ਵਿੱਚ ਖੜ ਕੇ ਸ਼ਰਮਿੰਦਾ ਕਰਨਾ ਚਾਹੀਦਾ ਹੈ। ਹੁਣ ਲੋਕਾਂ ਨੂੰ, ਸਮਾਜ ਨੂੰ ਇਹ ਮਾਨਸਿਕਤਾ ਬਦਲਣੀ ਪਏਗੀ ਕਿ ਜਿਸ ਦੇ ਨਾਲ ਜਾਤੀ ਹੋਈ ਹੈ, ਸਾਡਾ ਜਿਹੜਾ ਸਮਾਜ ਔਰ ਸਾਡਾ ਜਿਹੜਾ ਸੱਭਿਆਚਾਰ ਹੈ ਉਹ ਔਰਤ ਨੂੰ ਹੀ ਸ਼ਰਮਿੰਦਾ ਹੋਣ ਦੇ ਲਈ ਕਹਿੰਦਾ ਹੈ ਕਿ ਤੇਰੇ ਨਾਲ ਜੇ ਜਾਤੀ ਹੋਈ ਹੈ ਤਾਂ ਤੂੰ ਚੁੱਪ ਕਰ ਜਾ। ਤੁਹਾਨੂੰ ਯਾਦ ਹੋਣਾ ਹੈ ਕੈਨੇਡਾ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਦਿਸ਼ਾ ਸੰਸਥਾ ਜਿਸ ਦੀ ਮੈਂ ਵੀ ਮੈਂਬਰ ਹਾਂ, ਅਗਵਾਈ ਵੀ ਕਰ ਰਹੀ ਹਾਂ, ਮੇਰੀਆਂ ਸਾਥਣਾਂ ਨੇ ਇੱਥੇ ਟੋਰਾਂਟੋ ਦੇ ਵਿੱਚ ਖੜ ਕੇ ਵੂਮਨ ਰੈਸਲਰ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਔਰ ਰੋਸ ਪ੍ਰਦਰਸ਼ਨ ਕੀਤਾ। ਤੇ ਤੁਹਾਨੂੰ ਪਤਾ ਹੋਣਾ ਪੂਨੀ ਸਿਸਟਰਸ ਦਾ, ਜਿਨ੍ਹਾਂ ਨੇ 20 ਸਾਲ ਬਾਅਦ ਆਪਣੀ ਚੁੱਪੀ ਖੋਲੀ। ਤੇ ਸੋ ਮੀ ਟੂ ਜਿਹੜੀ ਮੂਵਮੈਂਟ ਸੀ ਉਹਦੇ ਖਿਲਾਫ ਜਿਹੜੀ ਹੈ 2-3 ਸਾਲ ਪਹਿਲਾਂ ਕਾਫੀ ਵੱਡੀ ਮੀ ਟੂ ਮੂਵਮੈਂਟ ਸੀ, ਕੁੜੀਆਂ ਨੇ ਆਪਣੀ ਚੁੱਪੀ ਤੋੜੀ। ਹੁਣ ਜਿਹੜਾ ਹੈ ਮੈਂ ਕੁੜੀਆਂ ਨੂੰ ਇਹ ਕਹਾਂਗੀ ਕਿ ਆਪਣੀ ਚੁੱਪੀ ਤੋੜੋ, ਇਹ ਵੇਲਾ ਆ ਗਿਆ ਚੁੱਪੀ ਤੋੜਨ ਦਾ, ਇਕੱਠੇ ਹੋ ਕੇ ਸੰਘਰਸ਼ ਕਰਨ ਦਾ, ਲੜਨ ਦਾ। ਇਸ ਤਾਨਾਸ਼ਾਹੀ ਸਰਕਾਰ ਜਿਹੜੀ ਕਿ ਧਰਮ ਦਾ ਆਸਰਾ ਲੈ ਕੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਦੀ ਹੈ, ਧਰਮ ਤਾਂ ਔਰਤ ਨੂੰ ਕਹਿੰਦਾ ਕਿ ਉਹਦੀ ਪੂਜਾ ਤੋਂ ਬਿਨਾਂ, ਦੇਵੀ ਦੀ ਪੂਜਾ ਤੋਂ ਬਿਨਾਂ ਕੋਈ ਵੀ ਅਸੀਂ ਕੰਮ ਸ਼ੁਰੂ ਨਹੀਂ ਕਰਦੇ, ਤੇ ਫਿਰ ਔਰਤ ਦੀ ਇਸ ਦੇਸ਼ ਵਿੱਚ ਜਿਹੜੀ ਬੇਹੁਰਮਤੀ ਕਿਉਂ, ਉਹਦੇ ਨਾਲ ਜਾਤੀ ਕਿਉਂ, ਜਿਸ ਤਰੀਕੇ ਨਾਲ ਕੁੜੀਆਂ ਨਾਲ ਹੋਇਆ ਸਾਰੇ ਸੰਸਾਰ ਨੇ ਦੇਖਿਆ। ਤੇ ਇਸ ਮੋਦੀ ਗਵਰਨਮੈਂਟ ਦੀ ਪੁਲਿਸ ਨੇ ਹਿੰਦੁਸਤਾਨ ਦਾ ਸਿਰ ਸੰਸਾਰ ਅੱਗੇ ਝੁਕਾਇਆ। ਕਵਲਜੀਤ ਜੀ, ਇਹ ਸਾਰੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਇਹ ਕਰਨੀਆਂ ਜ਼ਰੂਰੀ ਨੇ, ਵਾਰ-ਵਾਰ ਕਰਨੀਆਂ ਜ਼ਰੂਰੀ ਨੇ। ਐਟਲੀਸਟ ਇੱਕ ਗੱਲ ਦੀ ਤਾਂ ਮਨ ਨੂੰ ਤਸੱਲੀ ਜ਼ਰੂਰ ਮਿਲਦੀ ਹੈ ਕਿ ਜਦੋਂ ਕਿਸਾਨ ਅੰਦੋਲਨ ਦੇ ਦੌਰਾਨ ਔਰਤਾਂ ਕਿਸਾਨਾਂ ਦੀਆਂ ਜ਼ਮੀਨਾਂ ਦੇ ਲਈ ਬਾਹਰ ਨਿਕਲੀਆਂ ਸੀ, ਸੜਕਾਂ 'ਤੇ ਨਿਕਲੀਆਂ ਸੀ, ਬਰਾਬਰ ਉਹਨਾਂ ਨੇ ਸਾਥ ਦਿੱਤਾ ਸੀ। ਉਹ ਵੀ ਉਹ ਜ਼ਮੀਨਾਂ ਜਿਨ੍ਹਾਂ ਦੇ ਉੱਤੇ ਆਮ ਕਰਕੇ ਔਰਤ ਦਾ ਹੱਕ ਨਹੀਂ ਸਮਝਿਆ ਜਾਂਦਾ। ਉਹ ਆਈਆਂ ਸੀ ਆਪਣੇ ਪੁੱਤਾਂ ਦੇ, ਪਤੀਆਂ ਦੇ, ਭਰਾਵਾਂ ਦੀਆਂ ਜ਼ਮੀਨਾਂ ਦੀ ਰਾਖੀ ਦੀ ਖਾਤਰ, ਉਹਨਾਂ ਦੇ ਨਾਲ ਮੋਢਾ ਜੋੜ ਕੇ ਖੜੀਆਂ ਸੀ। ਹੁਣ ਉਮੀਦ ਕਰਦੇ ਹਾਂ ਕਿ ਜਿੱਥੇ ਇਹ ਔਰਤਾਂ ਦਾ, ਕੁੜੀਆਂ ਦਾ ਇਸ਼ੂ ਜਿਹੜਾ ਇਸ ਵੇਲੇ ਇੰਨਾ ਜ਼ਿਆਦਾ ਸਾਡਾ ਧਿਆਨ ਖਿੱਚ ਰਿਹਾ ਹੈ, ਸਾਨੂੰ ਧਿਆਨ ਇਹਦੇ ਵੱਲ ਦੇਣ ਦੀ ਜ਼ਰੂਰਤ ਹੈ। ਦੂਸਰੀ ਗੱਲ ਰਹੀ ਕਿ ਗੁਨਾਹਗਾਰ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ, ਜਿਹਦੇ ਨਾਲ ਧੱਕਾ ਕੀਤਾ ਗਿਆ ਉਹਨੂੰ ਸ਼ਰਮਸਾਰ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ। ਹੁਣ ਮੈਨੂੰ ਲੱਗਦਾ ਉਹੀ ਔਰਤਾਂ ਜਿਹੜੀਆਂ ਅੰਦਰ ਵੜ ਕੇ ਆਪਣੀਆਂ ਧੀਆਂ ਨੂੰ ਕਹਿ ਦਿੰਦੀਆਂ ਸੀ ਕਿ ਜੇ ਧੱਕਾ ਤੇਰੇ ਨਾਲ ਕਿਸੇ ਨੇ ਕਰ ਲਿਆ ਤੇਰੀ ਬਦਨਾਮੀ ਹੋਣੀ ਹੈ, ਚੁੱਪ ਕਰਕੇ ਅੰਦਰ ਵੜ ਜਾ, ਮੂੰਹ ਬੰਦ ਕਰ ਲਾ, ਜ਼ੁਬਾਨ ਨਾ ਖੋਲੀ, ਕਿਸੇ ਦੇ ਕੰਨ ਤੱਕ ਆਵਾਜ਼ ਨਹੀਂ ਜਾਣੀ ਚਾਹੀਦੀ। ਉਹ ਔਰਤਾਂ ਵੀ ਹੁਣ ਅਵੇਅਰ ਹੋਈਆਂ ਨੇ ਤੇ ਉਹ ਔਰਤਾਂ ਮੈਨੂੰ ਲੱਗਦਾ ਕਿ ਹੁਣ ਚੁੱਪ ਨਹੀਂ ਰਹਿਣਗੀਆਂ। ਜਦੋਂ ਇਸ ਤਰੀਕੇ ਨਾਲ ਇਹ ਅਸੀਂ ਦੇਖਦੇ ਹਾਂ ਕਿ ਇੰਨੇ ਵੱਡੇ ਪੱਧਰ ਤੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਜਿਨ੍ਹਾਂ ਨੇ ਨਾਮਣਾ ਖੱਟਿਆ ਹੋਵੇ ਉਹਨਾਂ ਔਰਤਾਂ ਦੀ ਇਹ ਹਾਲਤ ਹੈ, ਫਿਰ ਆਮ ਔਰਤ ਦੀ ਕੀ ਹਾਲਤ ਹੋ ਸਕਦੀ ਹੈ, ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਕਮਲਜੀਤ ਜੀ, ਇਹ ਕੁਝ ਸਵਾਲ ਨੇ ਜਿਹੜੇ ਹਮੇਸ਼ਾ ਲਟਕਦੇ ਰਹਿੰਦੇ ਨੇ, ਇਹਨਾਂ ਦਾ ਜਵਾਬ ਲੱਭਣ ਦੀ ਆਪਾਂ ਕੋਸ਼ਿਸ਼ ਕਰਦੇ ਰਹਿੰਦੇ ਇਹਨਾਂ ਗੱਲਾਂ ਬਾਤਾਂ ਦੇ ਜ਼ਰੀਏ। ਤੁਹਾਡਾ ਅੱਜ ਦੀ ਇਸ ਗੱਲਬਾਤ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਸੋ ਮਚ। ਸ਼ੁਕਰੀਆ ਦੋਸਤੋ, ਇਹ ਇੱਕ ਗੰਭੀਰ ਮੁੱਦਾ ਹੈ ਜਿਹਦੇ ਉੱਤੇ ਅੱਜ ਅਸੀਂ ਗੱਲਬਾਤ ਕੀਤੀ ਹੈ। ਮੈਂ ਉਮੀਦ ਕਰਦੀ ਹਾਂ ਕਿ ਇਸ ਗੱਲਬਾਤ ਨੂੰ ਤੁਸੀਂ ਅਗਾਂਹ ਵੀ ਜ਼ਰੂਰ ਤੋਰੋਗੇ, ਇਸ ਗੱਲਬਾਤ ਨੂੰ ਅਗਾਂਹ ਸ਼ੇਅਰ ਜ਼ਰੂਰ ਕਰਿਓ। ਤੁਹਾਡੀ ਕੋਈ ਰਾਏ ਹੈ ਤਾਂ ਉਹ ਵੀ ਜ਼ਰੂਰ ਪਹੁੰਚਾਉਣ ਦੀ ਕੋਸ਼ਿਸ਼ ਕਰਿਓ। ਤੇ ਅਖੀਰ ਵਿੱਚ ਇੱਕ ਬੇਨਤੀ ਤੁਹਾਨੂੰ ਮੈਂ ਹੋਰ ਕਰਨੀ ਆ ਕਿ ਇਸ ਚੈਨਲ ਤੇ ਹੁੰਦੀਆਂ ਗੱਲਾਂ ਬਾਤਾਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਤਾਂ ਜ਼ਰੂਰ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ। ਬਹੁਤ ਬਹੁਤ ਸ਼ੁਕਰੀਆ।